ਉਹਦੀ ਸ਼ਕਤੀ ਵੀ ਸਭ ਥਾਂ 'ਤੇ ਹੈ, ਪਰ ਉਹਦੀ ਸ਼ਕਤੀ ਵਰਤਦੀ ਕਦੋਂ ਹੈ? ਜਦੋਂ ਅਸੀਂ ਉਹਦਾ ਨਾਮ ਜਪਦੇ। ਅਤੇ ਫਿਰ ਜਿਹੜਾ ਉਹਦਾ ਨਾਮ ਜਪਦਾ ਰਹਿੰਦਾ ਹੈ ਤਾਂ ਤੇ ਬਿਰਥਾ ਨਾ ਵਿਆਪੈ ਕੋਈ, ਉਹਨੂੰ ਕੋਈ ਦੁੱਖ ਲੱਗਦਾ ਹੀ ਨਹੀਂ, ਉਹਨੂੰ ਕੋਈ ਮਾਨਸਿਕ ਦੁੱਖ ਨਹੀਂ ਲੱਗਦਾ। ਜੋ ਜੋ ਚਿਤਵੈ ਦਾਸ ਹਰ ਮਾਈ, ਸੋ ਸੋ ਕਰਤਾ ਆਪ ਕਰਾਈ। ਹੇ ਮਾਤਾ, ਪਰਮਾਤਮਾ ਜਿਹੜਾ ਦਾਸ ਹੈ, ਭਗਤ ਹੈ, ਸੰਤ ਮਹਾਤਮਾ ਹੈ, ਉਹ ਜੋ ਵੀ ਮਨ 'ਚ ਸੋਚਦਾ ਵੀ ਐਂ ਹੋਣਾ ਚਾਹੀਦਾ, ਆਹ ਹੋ ਜੇ, ਸੋ ਸੋ ਕਰਤਾ ਆਪ ਕਰਾਈ। ਪਰਮਾਤਮਾ ਉਹੀ ਕੰਮ ਕਰ ਦਿੰਦਾ। ਜੋ ਦਾਸ ਸੋਚਦਾ ਨਾ, ਪਰਮਾਤਮਾ ਉਹੀ ਕਰ ਦਿੰਦਾ। ਸੰਤ ਈਸ਼ਰ ਸਿੰਘ ਜੀ ਮਹਾਰਾਜ ਅਤੇ ਦੂਜੇ ਸੰਤ ਕਿਸ਼ਨ ਸਿੰਘ ਜੀ ਮਹਾਰਾਜ ਮੰਡਿਆਣੀ ਪਿੰਡ ਹੈ ਰਾਜਪੁਰੇ ਦੇ ਕੋਲ, ਉੱਥੇ ਕਥਾ ਕੀਰਤਨ ਕਰਕੇ ਵਾਪਸ ਰਾਜਪੁਰੇ ਨੂੰ ਆ ਰਹੇ। ਗਰਮੀਆਂ ਦਾ ਮੌਸਮ ਸੀ, ਕਾਰ ਕੋਲ ਕੋਈ ਨਹੀਂ ਸੀ, ਪੈਦਲ ਤੁਰੇ ਆ ਰਹੇ ਸਨ। ਗਰਮੀ ਕਾਰਨ ਸੰਤ ਈਸ਼ਰ ਸਿੰਘ ਮਹਾਰਾਜ ਨੂੰ ਪਿਆਸ ਲੱਗ ਗਈ। ਕਹਿੰਦੇ, ਕਿਸ਼ਨ ਸਿੰਘ, ਆਪਾਂ ਬੇਹੰਗਮ ਹਾਂ, ਪੈਸਾ ਕੋਲ ਕੋਈ ਨਹੀਂ ਰੱਖਦੇ। ਜੇ ਅੱਜ ਕੋਲ ਪੈਸੇ ਹੁੰਦੇ ਤਾਂ ਆਪਾਂ ਰਾਜਪੁਰੇ ਜਾ ਕੇ ਲੱਸੀ ਪੀਂਦੇ। ਇੰਨੇ ਹੀ ਸੋਚਿਆ। ਇੰਨੇ ਚਿਰ ਨੂੰ ਇੱਕ ਨਿਹੰਗ ਬਾਣੇ 'ਚ ਬੰਦਾ ਭੱਜਿਆ ਆ ਰਿਹਾ ਅਤੇ ਮਹਾਂਪੁਰਖਾਂ ਦੇ ਅੱਗੇ ਆ ਕੇ ਉਹਨਾਂ ਦੇ ਚਰਨਾਂ 'ਤੇ 10 ਰੁਪਈਏ ਰੱਖ ਕੇ ਮੱਥਾ ਟੇਕਦਾ। ਭਲੇ ਜ਼ਮਾਨੇ ਸਨ, ਉਦੋਂ 10 ਰੁਪਏ ਵੀ 100 ਵਰਗੇ ਹੋਣੇ ਨੇ। ਮੱਥਾ ਟੇਕਦਾ। ਕਹਿੰਦੇ, ਭਾਈ ਇਹ ਕਾਹਦੇ? ਕਹਿ ਜੀ, ਮੈਂ ਸੁੱਖਿਆ ਸੀ ਵੀ ਜਦੋਂ ਮੈਨੂੰ ਸੰਤ ਈਸ਼ਰ ਸਿੰਘ ਮਹਾਰਾਜ ਦੇ ਪਹਿਲੀ ਵਾਰ ਦਰਸ਼ਨ ਹੋਣਗੇ, ਮੈਂ 10 ਰੁਪਈਏ ਮੱਥਾ ਟੇਕਾਂਗਾ। ਮੈਂ ਇਸ ਪਿੰਡ 'ਚੋਂ ਲੰਘ ਰਿਹਾ ਸੀ, ਉੱਥੋਂ ਮੈਨੂੰ ਪਤਾ ਲੱਗਾ ਕਿ ਤੁਸੀਂ ਕਥਾ ਕੀਰਤਨ ਕਰਕੇ ਵਾਪਸ ਜਾ ਰਹੇ ਹੋ। ਮੈਂ ਉਹਨਾਂ ਨੇ ਕਿਹਾ ਵੀ ਕਿੱਥੇ? ਕਹਿੰਦੇ ਉਹ ਜਾ ਰਹੇ ਨੇ। ਮੈਂ ਵੀ ਉਹ 'ਤੇ 2 ਨੇ, ਮੈਨੂੰ ਕੀ ਪਤਾ ਲੱਗਾ ਉਹਨਾਂ 'ਚ ਸੰਤ ਈਸ਼ਰ ਸਿੰਘ ਕਿਹੜੇ ਨੇ। ਕਿ ਜਿਹੜੇ ਛੋਟੀ ਉਮਰ ਦੇ ਹੋਣਗੇ ਨਾ, ਉਹ ਹੋਣਗੇ। ਮੈਂ ਜੇ ਤੁਹਾਡੇ ਸਾਹਮਣੇ ਆਇਆ ਤਾਂ ਮੈਨੂੰ ਤੁਸੀਂ ਇਹਨਾਂ ਨਾਲ ਛੋਟੀ ਉਮਰ ਦੇ ਲੱਗੇ, ਇਸ ਲਈ ਇਹ ਆ ਲਓ 10 ਰੁਪਈਏ। ਕਹਿੰਦੇ, ਮੈਂ ਉਹ 10 ਰੁਪਈਏ ਫੜ ਲਏ ਅਤੇ ਸਾਡੇ ਦੇਖਦੇ ਦੇਖਦੇ ਬੰਦਾ ਲੋਪ ਹੋ ਗਿਆ। ਅਤੇ ਮੈਂ ਕਿਹਾ ਵੀ ਕਿਸ਼ਨ ਸਿੰਘ, ਕੁਝ ਹੋਰ ਹੀ ਮੰਗ ਲੈਂਦੇ। ਸੋ ਜਿਹੜਾ ਪਰਮਾਤਮਾ ਦਾ ਭਗਤ ਹੁੰਦਾ, ਉਹ ਜੋ ਮਨ 'ਚ ਸੋਚਦਾ ਪਰਮਾਤਮਾ ਉਸੇ ਵੇਲੇ ਪੂਰਾ ਕਰ ਦਿੰਦਾ। ਜੋ ਜੋ ਚਿਤਵੈ ਦਾਸ ਹਰ ਮਾਈ, 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 ਸੋ ਸੋ ਕਰਤਾ ਆਪ ਕਰਾਈ, ਸੋ ਸੋ ਕਰਤਾ ਆਪ ਕਰਾਈ, ਸੋ ਕਰਤਾ ਆਪ ਕਰਾਈ, ਸੋ ਸੋ ਕਰਤਾ ਆਪ ਕਰਾਈ। ਇਸ ਲਈ ਨਾਮ ਜਪੀ ਜਾਈਦਾ, ਜਪੀ ਜਾਈਦਾ, ਜਪੀ ਜਾਈਦਾ। ਇੱਕ ਅਵਸਥਾ ਐਸੀ ਆ ਜਾਂਦੀ ਹੈ ਜਿੱਥੇ ਤੁਹਾਨੂੰ ਸਿਰਫ ਮਨ 'ਚ ਵਿਚਾਰ ਲਿਆਉਣ ਦੀ ਲੋੜ ਹੈ, ਪਰਮਾਤਮਾ ਉਸ ਵਿਚਾਰ ਨੂੰ ਪੂਰਾ ਕਰ ਦਿੰਦਾ। ਨਿੰਦਕ ਕੀ ਪ੍ਰਭ ਪਤ ਗਵਾਈ, ਨਾਨਕ ਹਰ ਗੁਣ ਨਿਰਭਉ ਗਾਈ। ਪਰਮਾਤਮਾ ਨੂੰ ਨਿਰਭਉ ਕਿਹਾ ਗਿਆ ਹੈ ਕਿ ਉਹ ਭਉ ਤੋਂ ਰਹਿਤ ਹੈ। ਨਿਰਭਉ ਜਪੈ ਸਗਲ ਭਉ ਮਿਟੈ। ਇਸ ਲਈ ਕਹਿੰਦੇ ਜਿਹੜਾ ਪਰਮਾਤਮਾ ਨੂੰ ਜਪਦਾ ਰਹਿੰਦਾ, ਸਮਾਂ ਪੱਗ ਦੇ ਸਾਰੇ ਡਰ ਖਤਮ ਹੋ ਜਾਂਦੇ ਹਨ। ਪਰਮਾਤਮਾ ਹੈ ਨਿਰਭਉ, ਜਿਹੜਾ ਉਹਦੇ ਗੁਣ ਗਾਉਂਦਾ ਰਹਿੰਦਾ ਹੈ। ਜਿਹੜਾ ਫਿਰ ਗਾਉਣ ਵਾਲਿਆਂ ਦੀ ਨਿੰਦਿਆ ਕਰਦੇ ਨੇ, ਪਰਮਾਤਮਾ ਉਹਨਾਂ ਦੀ ਬੇਇੱਜ਼ਤੀ ਕਰਾਉਂਦਾ, ਪਤ ਗਵਾਈ, ਉਹਨਾਂ ਦੀ ਬਦਨਾਮੀ ਪਰਮਾਤਮਾ ਕਰਾਉਂਦਾ। ਕਿ ਕਿਉਂ?
ਪਰਮਾਤਮਾ ਨੂੰ ਸਭ ਤੋਂ ਪਿਆਰਾ ਬੰਦਾ ਨਾਮ ਜਪਣ ਵਾਲਾ ਲੱਗਦਾ, ਉਹ ਪਰਮਾਤਮਾ ਦਾ ਪਿਆਰਾ ਹੁੰਦਾ। ਅਤੇ ਜਿਹੜਾ ਵੱਡਾ ਬੰਦਾ ਹੈ ਆਪਣੇ ਪਿਆਰੇ ਦੀ ਨਿੰਦਿਆ ਨਹੀਂ ਸੁਣ ਸਕਦਾ। ਇਸ ਲਈ ਜਿਹੜਾ ਫਿਰ ਪਰਮਾਤਮਾ ਦੇ ਭਗਤ ਦੀ ਨਿੰਦਿਆ ਕਰਦਾ, ਪਰਮਾਤਮਾ ਉਹਦੀ ਬੇਇੱਜ਼ਤੀ ਕਰਾਉਂਦਾ, ਉਹਦੀ ਇੱਜ਼ਤ ਖਤਮ ਕਰ ਦਿੰਦਾ। ਇਸ ਲਈ ਨਾਮ ਜਪੀ ਜਾਈਦਾ। ਕੋਈ ਚੰਗਾ ਕਹੇ ਮੰਦਾ ਕਹੇ ਕੁਛ ਨਹੀਂ ਮਨ 'ਚ ਲਿਆਉਣਾ। ਪਰਮਾਤਮਾ ਆਪੇ ਹੀ ਉਸ ਦਾ ਨੁਕਸਾਨ ਸਮਾਂ ਪਾ ਕੇ ਕਰ ਦੇਗਾ ਜਿਹੜਾ ਤੁਹਾਡਾ ਨੁਕਸਾਨ ਕਰਨ ਦੀ ਸੋਚ ਰਿਹਾ ਹੈ। ਕਿਉਂਕਿ ਆਪਾਂ ਨੇ ਬਣਨਾ ਸਾਧ ਸੰਤ, ਅਤੇ ਉਹਨਾਂ ਦੀ ਇੱਕ ਵਿਸ਼ੇਸ਼ ਗੁਣ ਹੁੰਦਾ ਸਾਧੂ ਦਾ। ਕੋਈ ਭਲਾ ਕਹੋ ਕੋਈ ਬੁਰਾ ਕਹੋ, ਉਹ ਉਹਦਾ ਕੋਈ ਜਵਾਬ ਨਹੀਂ ਦਿੰਦਾ। ਕੋਈ ਨਿੰਦਿਆ ਕਰਦਾ, ਉਹਦਾ ਕੋਈ ਜਵਾਬ ਨਹੀਂ ਦਿੰਦਾ, ਉਹ ਚੁੱਪ ਰਹਿੰਦਾ। ਅਤੇ ਜੇ ਕੋਈ ਜਵਾਬ ਦਿੰਦਾ ਫਿਰ ਸਾਡੇ ਵਰਗੇ ਹੋਇਆ। ਇਹਦਾ ਮਤਲਬ ਉਹਦੇ ਅੰਦਰ ਹਉਮੈ ਹੈ। ਕਿਸੇ ਨੇ ਨਿੰਦਿਆ ਕੀਤੀ, ਉਹਨੂੰ ਤਕਲੀਫ ਹੋਈ, ਤਕਲੀਫ ਹੋਣ ਕਰਕੇ ਉਹ ਵੀ ਫਿਰ ਕੋਈ ਜਵਾਬ ਦਿੰਦਾ। ਸਾਧੂ ਨਹੀਂ ਅੱਗੋਂ ਜਵਾਬ ਦਿਆ ਕਰਦੇ, ਉਹ ਸ਼ਾਂਤ ਚਿੱਤ ਰਹਿੰਦੇ ਨੇ। ਉਹਨਾਂ ਨੂੰ ਪਤਾ ਇਹ ਸੰਸਾਰ ਹੈ, ਤੁਸੀਂ ਕਿੰਨੇ ਵੀ ਵਧੀਆ ਕਿਉਂ ਨਾ ਹੋ ਲਓ, ਸਾਰੇ ਤੁਹਾਡੀ ਸਿਫਤ ਨਹੀਂ ਕਰਨਗੇ। ਸਾਰੀ ਦੁਨੀਆ ਕਦੇ ਕਿਸੇ ਦੀ ਸਿਫਤ ਨਹੀਂ ਕਰਦੀ, ਅਤੇ ਸਾਰੀ ਦੁਨੀਆ ਕਦੇ ਕਿਸੇ ਦੀ ਨਿੰਦਿਆ ਨਹੀਂ ਕਰਦੀ। ਕਈ ਵਾਰੀ ਅਤੀ ਮਾੜੇ ਲੋਕ ਉਹਨਾਂ ਦੀ ਕੋਈ ਸਿਫਤ ਕਰਨ ਵਾਲਾ ਹੁੰਦਾ, ਅਤੇ ਕਈ ਅਤੀ ਚੰਗੇ ਲੋਕ ਉਹਨਾਂ ਦੀ ਨਿੰਦਿਆ ਕਰਨ ਵਾਲੇ ਵਿੱਚ ਕੋਈ ਹੁੰਦਾ ਹੈ। ਇਸ ਲਈ ਸੰਸਾਰ ਕੀ ਕਹਿੰਦਾ ਇਹਦਾ ਨਹੀਂ ਬਹੁਤਾ ਫਿਕਰ ਕਰੀਦਾ। ਗੁਰੂ ਮਹਾਰਾਜ ਕੀ ਕਹਿੰਦੇ ਨੇ, ਬਸ ਇਸ ਚੀਜ਼ ਦੀ ਚਿੰਤਾ ਕਰਨੀ ਕਿ ਜੋ ਮੈਂ ਕਰ ਰਿਹਾ ਕਿ ਗੁਰੂ ਮਹਾਰਾਜ ਦੀ ਨਜ਼ਰਾਂ 'ਚ ਠੀਕ ਹੈ। ਜੇ ਠੀਕ ਹੈ ਤਾਂ ਲੱਗੇ ਰਹੀਦਾ ਹੁੰਦਾ। ਫਿਰ ਜੇ ਭਾਈ ਨਹੀਂ ਠੀਕ ਹੈ ਤਾਂ ਫਿਰ ਉਹ ਠੀਕ ਕਰ ਲਓ। ਗੌੜੀ ਮਹੱਲਾ ਪੰਜਵਾਂ। ਭੁਜ ਬਲ ਬੀਰ ਬ੍ਰਹਮ ਸੁਖ ਸਾਗਰ, ਗਰਤ ਪਰਤ ਗੈ ਲਿਹੁ ਅੰਗੁਰੀਆ। ਭੁਜ ਬਲ ਬੀਰ, ਹੇ ਪਰਮਾਤਮਾ ਤੂੰ ਬਹੁਤ ਬਹਾਦਰ ਹੈ। ਭੁਜ ਭੁਜਾ, ਤੇਰੀਆਂ ਬਾਹਾਂ 'ਚ ਬੜੀ ਤਾਕਤ ਹੈ, ਬਲ ਹੈ। ਤੂੰ ਬਹੁਤ ਬਹਾਦਰ ਹੈ, ਤੇਰੀਆਂ ਬਾਹਾਂ 'ਚ ਬਹੁਤ ਤਾਕਤ ਹੈ। ਬ੍ਰਹਮ ਸੁਖ ਸਾਗਰ, ਤੂੰ ਸੁੱਖਾਂ ਦਾ ਸਾਗਰ ਹੈ। ਪਰਮਾਤਮਾ ਕੋਲ ਇੱਕ ਅੱਧਾ ਸੁੱਖ ਨਹੀਂ ਹੈ, ਉਹ ਤਾਂ ਸੁੱਖਾਂ ਦਾ ਸਾਗਰ ਹੈ। ਸੁੱਖ ਹੀ ਸੁੱਖ ਨੇ ਦੇ ਕੋਲ। ਗਰਤ ਪਰਤ, ਗਰਤ ਹਿੰਦੀ ਦਾ ਸ਼ਬਦ ਹੈ ਟੋਇਆ, ਪਰਤ ਮੈਨੇ ਡਿੱਗ ਪੈਣਾ। ਮੈਂ ਵਿਸ਼ੇ ਵਿਕਾਰ ਦੇ ਟੋਏ ਵਿੱਚ ਡਿੱਗ ਪਿਆ ਹਾਂ। ਗਹਿ ਲਿਹੋ ਅੰਗੁਰੀਆ, ਅੰਗੁਰੀਆ ਦਾ ਉਂਗਲ, ਗਹਿ ਹੁੰਦਾ ਪਕੜਨਾ, ਮੇਰੀ ਉਂਗਲ ਫੜ ਕੇ ਮੈਨੂੰ ਬਾਹਰ ਕੱਢ ਲਓ। ਹੇ ਪਰਮਾਤਮਾ ਤੂੰ ਬੇਅੰਤ ਸ਼ਕਤੀਆਂ ਦਾ ਮਾਲਕ ਹੈ, ਤੇਰੀਆਂ ਬਾਹਾਂ 'ਚ ਬਹੁਤ ਤਾਕਤ ਹੈ, ਤੂੰ ਸੁੱਖਾਂ ਦਾ ਸਮੁੰਦਰ ਹੈ। ਮੈਂ ਵਿਸ਼ੇ ਵਿਕਾਰ ਪਾ ਬੁਰਾਈਆਂ, ਮੈਂ ਵਿਸ਼ੇ ਵਿਕਾਰ ਦੇ ਟੋਏ ਵਿੱਚ ਡਿੱਗ ਪਿਆ ਹਾਂ। ਮੇਰੀ ਉਂਗਲ ਫੜ ਕੇ ਮੈਨੂੰ ਇੱਥੋਂ ਬਾਹਰ ਕੱਢੋ। ਸ਼ਰਵਨ, ਇਹਨੂੰ ਸਰਵਨ ਨਹੀਂ ਪੜ੍ਹਨਾ, ਇਹ ਹਿੰਦੀ ਦਾ ਸ਼ਬਦ ਹੈ। ਪੰਜਾਬੀ ਦਾ ਸ਼ਬਦ ਹੈ ਕੰਨ। ਹਿੰਦੀ 'ਚ ਅੱਜ ਕੱਲ੍ਹ ਹਿੰਦੀ ਕਹਿੰਦੇ ਕਾਨ, ਪੰਜਾਬੀ ਕਹਿੰਦੇ ਕੰਨ। ਪਹਿਲਾਂ ਹਿੰਦੀ ਕੀ ਕਹਿੰਦੇ ਸ਼ਰਵਨ, ਸੱਸੇ ਦੇ ਪੈਰ 'ਚ ਬਿੰਦੀ ਲਾ ਕੇ ਪੜ੍ਹਨਾ। ਸ਼ਰਵਨ ਮੈਨੇ ਕੰਨ, ਸ਼ਰਵਣ ਨਾ ਸੁਰਤ, ਨੈਣ ਸੁੰਦਰ ਨਹੀਂ, ਆਰਤ ਦੁਆਰ ਰਟਤ ਪਿੰਗੁਰੀਆ। ਸ਼ਰਵਣ ਨਾ ਸੁਰਤ, ਮੇਰੇ ਕੰਨਾਂ 'ਚ ਤੇਰੀ ਸਿਫਤ ਸਲਾਹ ਸੁਣਨ ਦੀ ਸ਼ਕਤੀ ਹੀ ਨਹੀਂ ਹੈ। ਮੇਰੇ ਕੰਨਾਂ 'ਚ ਤੇਰੀ ਸਿਫਤ ਸਲਾਹ ਸੁਣਨ ਦੀ ਸ਼ਕਤੀ ਹੀ ਨਹੀਂ ਹੈ। ਨੈਣ ਸੁੰਦਰ ਨਹੀਂ, ਮੇਰੇ ਨੇ ਨੈਣ ਹੀ ਨਹੀਂ ਸੁੰਦਰ ਕਿ ਤੇਰੇ ਦਰਸ਼ਨ ਕਰ ਸਕਣ। ਆਰਤ ਦੁਆਰ, ਆਰਤ ਜਿਹੜਾ ਦੁਖੀ ਹੋ ਕੇ ਕੋਈ ਚੀਜ਼ ਮੰਗ ਰਿਹਾ ਹੋਵੇ। ਆਰਤ ਦੁਆਰ ਰਟਤ ਪਿੰਗੁਰੀਆ, ਪਿੰਗੁਰੀਆ ਮੈਨੇ ਪਿੰਗਲਾ, ਮੈਂ ਪਿੰਗਲਾ ਤੇਰੇ ਦਰ 'ਤੇ ਆ ਕੇ ਵਾਰੀ ਵਾਰੀ ਰਟਤ ਪੁਕਾਰਨਾ, ਵਾਰੀ ਵਾਰੀ ਕਿਸੇ ਚੀਜ਼ ਨੂੰ ਕਹਿਣਾ, ਵਾਰੀ ਵਾਰੀ ਤੇਰੇ ਅੱਗੇ ਬੇਨਤੀ ਕਰਦਾ ਹਾਂ ਵੀ ਮੈਨੂੰ ਇਸ ਟੋਏ 'ਚੋਂ ਕੱਢ ਲੈ। ਮੈਂ ਆਰਤ ਹਾਂ, ਮੈਂ ਦੁਖੀ ਹਾਂ, ਮੈਂ ਤੇਰਾ ਮੰਗਤਾ ਹਾਂ, ਮੈਂ ਤੇਰੇ ਤੋਂ ਮੰਗਣ ਆਇਆ ਹਾਂ, ਮੈਨੂੰ ਇਸ ਟੋਏ ਵਿੱਚੋਂ ਬਾਹਰ ਕਰ ਲੈ।
ਦੀਨਾ ਅਨਾਥ ਅਨਾਥ ਕਰਨਾ ਮੈਂ, ਇਹਨੂੰ ਮੈਂ ਪੜ੍ਹਨਾ, ਮੈਂ ਨਹੀਂ ਪੜ੍ਹਨਾ। ਮੈਂ ਤਾਂ ਮੈਂ ਹੋ ਜਾਏਗਾ ਆਈ, ਕਰਨਾ ਮੈਂ, ਮੰਮਾ ਯਈਆ, ਹਿੰਦੀ 'ਚ ਲਿਖਦੇ ਮੰਮਾ ਯਈਆ, ਕਰਨਾ ਮੈਂ। ਜਿਹਨੂੰ ਬੜਾ ਤਰਸ ਆਵੇ ਲੋਕਾਂ 'ਤੇ, ਉਹ ਕਰਨਾ ਮੈਂ। ਦੀਨਾ ਨਾਥ ਅਨਾਥ ਕਰੁਣਾ ਮੈਂ, ਸਾਜਨ ਮੀਤ ਪਿਤਾ ਮਹਿਤਰੀਆ। ਹੇ ਪਰਮਾਤਮਾ, ਤੂੰ ਦੀਨਾਂ ਦਾ ਨਾਥ ਹੈ, ਤੂੰ ਅਨਾਥਾਂ ਦਾ ਨਾਥ ਹੈ। ਕਰੁਣਾ ਮੈਂ, ਤੂੰ ਤਰਸ ਭਰਪੂਰ ਹੈ। ਸਾਜਨ, ਤੂੰ ਸਾਡਾ ਸੱਜਣ ਹੈ। ਮੀਤ, ਤੂੰ ਸਾਡਾ ਮਿੱਤਰ ਹੈ। ਪਿਤਾ, ਤੂੰ ਸਾਡਾ ਪਿਤਾ ਹੈ। ਮਹਿਤਰੀਆ, ਤੂੰ ਸਾਡੀ ਮਾਂ ਹੈ। ਚਰਨ ਕਮਲ ਹਿਰਦੇ ਗਹਿ ਨਾਨਕ, ਭੈ ਸਾਗਰ ਸੰਤ ਪਾਰ ਉਤਰੀਆ। ਜਿਹੜੇ ਸੰਤ ਨੇ ਉਹ ਹਿਰਦੇ 'ਚ ਪਰਮਾਤਮਾ ਦੇ ਚਰਨ ਕਮਲਾਂ ਨੂੰ ਵਸਾ ਕੇ ਰੱਖਦੇ ਨੇ। ਪਰਮਾਤਮਾ ਦੀ ਯਾਦ ਨੂੰ ਆਪਣੇ ਹਿਰਦੇ 'ਚ ਵਸਾ ਕੇ ਰੱਖਦੇ ਨੇ। ਇਸ ਲਈ ਪਾਰ ਉਤਰੀਆ, ਉਹ ਇਸ ਭਵ ਸਾਗਰ ਤੋਂ ਪਾਰ ਉਤਰ ਜਾਂਦੇ। ਜਿਉਂ ਜਿਉਂ ਅਸੀਂ ਨਾਮ ਜਪੀ ਜਾਵਾਂਗੇ, ਜਪੀ ਜਾਵਾਂਗੇ, ਜਪੀ ਜਾਵਾਂਗੇ, ਇੱਕ ਦਿਨ ਪਰਮਾਤਮਾ ਦੀ ਯਾਦ ਸਾਡੇ ਹਿਰਦੇ 'ਚ ਵਸ ਜਾਏਗੀ। ਬਸ ਜਦੋਂ ਉਹਦੀ ਯਾਦ ਹਿਰਦੇ 'ਚ ਵਸ ਗਈ, ਫਿਰ ਉਹਨੂੰ ਸਾਨੂੰ ਯਾਦ ਆਈ ਹੋਈ ਜਾਣਾ। ਫਿਰ ਸਾਨੂੰ ਵਾਹਿਗੁਰੂ ਵਾਹਿਗੁਰੂ ਕਰਨ ਦੀ ਲੋੜ ਨਹੀਂ, ਵਾਹਿਗੁਰੂ ਵੈਸੇ ਹੀ ਯਾਦ ਆਈ ਜਾਣਾ। ਜਦੋਂ ਪਰਮਾਤਮਾ ਯਾਦ ਆਈ ਜਾਵੇ, ਉਹਨੂੰ ਕਹਿੰਦੇ ਅਜਪਾ ਜਾਪ। ਇੱਕ ਤਾਂ ਜਾਪ, ਉਹ ਤੇ ਬੋਲਣਾ ਹੁੰਦਾ ਵਾਹਿਗੁਰੂ 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 ਵਾਹਿਗੁਰੂ। ਇੱਕ ਅਜਪਾ ਜਾਪ ਹੁੰਦਾ ਵੀ ਵਾਹਿਗੁਰੂ ਵਾਹਿਗੁਰੂ ਕਰਨਾ ਹੀ ਨਹੀਂ, ਵਾਹਿਗੁਰੂ ਆਪੇ ਹੀ ਯਾਦ ਆਈ ਜਾਂਦਾ ਹੈ। ਇੱਥੇ ਪਹੁੰਚਣਾ, ਜਾਪ ਤੋਂ ਅਸੀਂ ਅਜਪਾ ਜਾਪ ਤੱਕ ਪਹੁੰਚਣਾ ਕਿ ਪਰਮਾਤਮਾ ਹਮੇਸ਼ਾ ਹੀ ਯਾਦ ਰਹੇ, ਉਹ ਹਮੇਸ਼ਾ ਹੀ ਯਾਦ ਰਹੇ। ਉਹ ਮੇਰੇ ਨਾਲ ਹੈ, ਉਹ ਮੇਰੇ ਨਾਲ ਤੁਰਿਆ ਜਾ ਰਿਹਾ ਹੈ, ਉਹ ਮੇਰੇ ਕੋਲ ਹੀ ਬੈਠਾ ਹੈ। ਇਸ ਤਰ੍ਹਾਂ ਜਿਹੜਾ ਹੈ ਹੌਲੀ ਹੌਲੀ ਅਭਿਆਸ ਕਰਦਿਆਂ ਕਰਦਿਆਂ ਫਿਰ ਪਰਮਾਤਮਾ ਹਿਰਦੇ 'ਚ ਵਸ ਜਾਂਦਾ ਹੈ। ਤਾਂ ਸੰਤਾਂ ਨੇ ਕਿਉਂਕਿ ਪਰਮਾਤਮਾ ਦੇ ਚਰਨ ਕਮਲਾਂ ਹਿਰਦੇ 'ਚ ਵਸਾਇਆ ਹੁੰਦਾ ਹੈ, ਇਸ ਲਈ ਭਵ ਸਾਗਰ ਤੋਂ ਪਾਰ ਉਤਰ ਜਾਂਦੇ ਹਨ। ਰਾਗ ਗੌੜੀ ਬੈਰਾਗਣ, ਮਹਿਲਾ ਪੰਜਵਾਂ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਦਈ, ਇਹ ਸੰਸਕ੍ਰਿਤ ਦਾ ਸ਼ਬਦ ਹੈ, ਦਦਾ ਯਈਆ। ਦਈ, ਦਈ ਦੇ ਸ਼ਬਦ ਹੀ ਅਤੇ ਪ੍ਰਕਾਸ਼ ਸਰੂਪ, ਕਿਉਂਕਿ ਪਰਮਾਤਮਾ ਪ੍ਰਕਾਸ਼ ਸਰੂਪ ਹੈ। ਦਦਾ, ਤਿੰਨ ਇਹਦੇ ਸਰੂਪ ਨੇ। ਇੱਕ ਦਦਾ ਯਈਆ, ਇੱਕ ਦਦਾ ਯਈਏ ਨੂੰ ਔਂਕੜ, ਇੱਕ ਦਦਾ ਯਈਏ ਨੂੰ ਸਹਿਰੀ। ਤਿੰਨ ਸਰੂਪ ਨੇ ਦਈ ਦੇ ਗੁਰਬਾਣੀ 'ਚ ਹੁੰਦੇ। ਦਦਾ ਯਈਆ ਦਈ, ਹੇ ਪਰਮਾਤਮਾ। ਦਦਾ ਯਈਏ ਨੂੰ ਔਂਕੜ, ਦਈ ਪਰਮਾਤਮਾ। ਦਦਾ ਯਈਏ ਨੂੰ ਸਿਹਾਰੀ, ਪਰਮਾਤਮਾ ਨੇ ਜਾਂ ਪਰਮਾਤਮਾ ਨੂੰ। ਉਹ ਸਿਹਾਰੀ ਅਤੇ ਔਂਕੜ ਮੀਨਿੰਗ ਦਿੰਦੇ ਨੇ। ਹੁਣ ਦਾ ਕੋਈ ਅਰਥ ਹੈ, ਉਹ ਤਾਂ ਲੱਗੇ ਹੁੰਦੇ, ਬੋਲਣ ਲਈ ਨਹੀਂ ਹੁੰਦੇ। ਉਹ ਬੋਲਣ ਲਈ ਨਹੀਂ। ਦਈਓ, ਜਿਵੇਂ ਯਈਏ ਨੂੰ ਔਂਕੜ ਲੱਗੇ, ਉਹਨੂੰ ਦਈਓ ਨਹੀਂ ਪੜ੍ਹ ਦੇਣਾ। ਔਂਕੜ ਬੋਲਣ ਲਈ ਨਹੀਂ ਹੈ। ਜਿਵੇਂ ਨਾਨਕ, ਨੰਨੇ ਨੂੰ ਕੰਨਾ ਨੰਨਾ ਕੱਕਾ, ਨਾਨਕ ਹੇ ਨਾਨਕ। ਨੰਨੇ ਨੂੰ ਕੰਨਾ ਨੰਨਾ ਕੱਕੇ ਨੂੰ ਔਂਕੜ ਨਾਨਕ। ਨੰਨੇ ਨੂੰ ਕੰਨਾ ਨੰਨਾ ਕੱਕੇ ਨੂੰ ਸਿਹਾਰੀ, ਨਾਨਕ ਨੇ ਜਾਂ ਨਾਨਕ ਨੂੰ। ਉਚਾਰਨ ਤਿੰਨਾਂ ਦਾ ਹੀ ਨਾਨਕ ਹੈ, ਅਰਥ ਆਡਰ ਨੇ। ਇਸੇ ਲਈ ਦਦਾ ਯਈਆ, ਦਦਾ ਯਈਏ ਨੂੰ ਔਂਕੜ, ਦਦਾ ਯਈਏ ਨੂੰ ਸਿਹਾਰੀ। ਉਚਾਰਨ ਤਿੰਨਾਂ ਦਾ ਦਈ ਹੈ, ਹਾਂ ਅਰਥ ਆਡਰ ਨੇ। ਬਿਨਾਂ ਔਂਕੜ ਦੇ ਮਤਲਬ ਹੇ ਪਰਮਾਤਮਾ। ਔਂਕੜ ਨਾਲ ਹੈ ਪਰਮਾਤਮਾ, ਸਿਹਾਰੀ ਨਾਲ ਹੈ ਪਰਮਾਤਮਾ ਨੇ ਜਾਂ ਪਰਮਾਤਮਾ ਨੂੰ। ਦਈ ਗੁਸਾਈ ਮੀਤਲਾ, ਤੂੰ ਸੰਗ ਹਮਾਰਾ ਬਾਸ ਜੀਓ। ਹੇ ਪਰਮਾਤਮਾ, ਹੇ ਪ੍ਰਕਾਸ਼ ਸਰੂਪ ਪਰਮਾਤਮਾ। ਗੁਸਾਈ, ਹੇ ਧਰਤੀ ਦੇ ਮਾਲਕ। ਮੀਤਲਾ, ਹੇ ਮਿੱਤਰ। ਤੂੰ ਸੰਗ ਹਮਾਰਾ ਬਾਸ ਜੀਓ, ਤੂੰ ਸਾਡੇ ਨਾਲ ਵਸ। ਤੁਸੀਂ ਸਾਡੇ ਨਾਲ ਵਸੋ। ਵੈਸੇ ਵਸਦਾ ਤੇ ਉਹ ਹੈ ਹੀ ਹੈ, ਪਰ ਪਤਾ ਨਹੀਂ ਨਾ ਲੱਗ ਰਿਹਾ ਹੁਣ, ਇਸ ਲਈ ਬੇਨਤੀ ਸਾਡੇ ਨਾਲ ਵਸੋ। ਕਿਉਂ?
ਤੁਝ ਬਿਨ ਘਰੀ ਨਾ ਜੀਵਨਾ, ਤ੍ਰਿਗ ਰਹਿਣਾ ਸੰਸਾਰ। ਤੇਰੇ ਤੋਂ ਬਿਨਾਂ ਅਸੀਂ ਇੱਕ ਘੜੀ ਵੀ ਨਹੀਂ ਜਿਉ ਸਕਦੇ। ਤੇਰੇ ਤੋਂ ਬਿਨਾਂ ਸੰਸਾਰ 'ਚ ਐ ਰਹਿਣਾ ਜਿਵੇਂ ਫਟਕਾਰ ਯੋਗ ਹੈ। ਤੇਰੇ ਤੋਂ ਬਿਨਾਂ ਸੰਸਾਰ 'ਚ ਰਹਿਣਾ ਤਿਰਕਾਰ ਯੋਗ ਹੈ, ਵਿਅਰਥ ਹੈ। ਇਸ ਲਈ ਅਸੀਂ ਤੁਹਾਡੇ ਤੋਂ ਬਿਨਾਂ ਇੱਕ ਘੜੀ ਵੀ ਨਹੀਂ ਜਿਉ ਸਕਦੇ। ਜੀ ਪ੍ਰਾਣ ਸੁਖ ਦਾਤਿਆ, ਨਿਮਖ ਨਿਮਖ ਬਲਿਹਾਰ। ਹੇ ਸਾਡੀ ਜਿੰਦ, ਹੇ ਸਾਡੇ ਪ੍ਰਾਣ, ਹੇ ਸੁੱਖਾਂ ਦੇ ਦਾਤੇ, ਮੈਂ ਹਰ ਪਲ ਨਿਮਖ ਨਿਮਖ, ਮੈਂ ਹਰ ਪਲ ਬਲਿਹਾਰ ਜੀ ਤੁਹਾਡੇ ਤੋਂ ਬਲਿਹਾਰ ਜਾਂਦਾ। ਤੂੰ ਮੇਰੀ ਜਿੰਦ ਹੈ, ਤੂੰ ਮੇਰੇ ਪ੍ਰਾਣ ਹੈ, ਤੂੰ ਸੁੱਖਾਂ ਦਾ ਦਾਤਾ ਹੈ। ਮੈਂ ਹਰ ਸੈਕਿੰਡ ਤੇ ਤੋਂ ਬਲਿਹਾਰ ਜਾਂਦਾ। ਹਸਤ ਅਲੰਬਨ ਦੇਹੋ ਪ੍ਰਭ, ਗਰ ਤੋਂ ਹਾਹਿਤ ਟਿੱਪੀ, ਗਰ ਤੋਂ ਉਦਰ ਗੋਪਾਲ। ਹਸਤ ਮੈਨੇ ਹੱਥ ਕਹਿੰਦੇ, ਆ ਕਹਿੰਦੇ ਹਸਤਾਖਰ, ਜਿਹਨੂੰ ਆਪਾਂ ਦਸਤਖਤ ਕਹਿੰਦੇ। ਫਾਰਸੀ 'ਚ ਕਹਿੰਦੇ ਨੇ ਦਸਤਖਤ, ਹਿੰਦੀ ਕਹਿੰਦੇ ਨੇ ਹਸਤਾਖਰ, ਇੰਗਲਿਸ਼ ਕਹਿੰਦੇ ਸਿਗਨੇਚਰ। ਦਸਤ ਕਰਦੇ ਨੇ, ਪੂਰਾ ਸ਼ਬਦ ਹੈ ਦਸਤਖਤ। ਉਹ ਤੋਂ ਛੋਟਾ ਬੜਾ ਦਸਤ ਕਰਿਓ ਜੀ, ਦਸਖਤ ਕਰਿਓ, ਤੱਤਾ ਵਿੱਚ ਉਡਾਤਾ ਹੈ। ਦਸਤ ਬਣੇ ਹੱਥ, ਖਤ ਬਣੇ ਲਿਖਣਾ। ਹੱਥ ਨਾਲ ਜਿਹੜੀ ਚੀਜ਼ ਲਿਖੀ ਜਾਵੇ, ਇਹ ਚੀਜ਼ ਦਸਤਖਤ ਕਰਿਓ। ਹਸਤ ਹੱਥ ਨੂੰ ਕਹਿੰਦੇ ਨੇ। ਹਸਤ ਅਲੰਬਨ ਦੇਹੋ ਪ੍ਰਭ, ਅਲੰਬਨ ਹੁੰਦਾ ਆਸਰਾ। ਹੇ ਪਰਮਾਤਮਾ, ਮੈਂ ਟੋਏ 'ਚ ਪਿਆ ਡਿੱਗ, ਮੈਂ ਵਿਸ਼ੇ ਵਿਕਾਰਾਂ ਦੇ ਟੋਏ 'ਚ ਡਿੱਗ ਪਿਆ ਹਾਂ। ਹੁਣ ਆਪਣੇ ਹੱਥ ਦਾ ਮੈਨੂੰ ਆਸਰਾ ਦਿਓ ਅਤੇ ਮੈਨੂੰ ਇਸ ਗਰ ਤੋਂ ਉਧਰ ਗੋਪਾਲ। ਹੇ ਪਰਮਾਤਮਾ, ਮੈਨੂੰ ਇਸ ਟੋਏ ਵਿੱਚ ਬਾਹਰ ਕਰ ਲਓ। ਕਿਵੇਂ ਕਰੋ? ਮੇਰਾ ਹੱਥ ਫੜ ਕੇ। ਕੋਈ ਵੀ ਬੰਦਾ ਟੋਏ 'ਚ ਡਿੱਗ ਪਏ, ਉਹ ਆਪਣੇ ਆਪ ਬਾਹਰ ਨਹੀਂ ਨਿਕਲ ਸਕਦਾ, ਉਹਨੂੰ ਕੋਈ ਹੀ ਬਾਹਰ ਕੱਢਦਾ। ਜਦੋਂ ਮਨੁੱਖ ਬੁਰਾਈਆਂ 'ਚ ਪੈ ਜੇ, ਉਹ ਆਪਣੇ ਆਪ ਬੁਰਾਈਆਂ 'ਚ ਬਾਹਰ ਨਹੀਂ ਆ ਸਕਦਾ, ਉਹਨੂੰ ਕੋਈ ਹੀ ਕੱਢਦਾ। ਜਿਹੜਾ ਵੀ ਤੁਹਾਡੇ 'ਚ ਪਹਿਲਾਂ ਸ਼ਰਾਬ ਪੀਂਦਾ ਸੀ, ਕਿਸੇ ਨੇ ਕਿਹਾ ਤੁਹਾਨੂੰ ਸ਼ਰਾਬ ਛੱਡਣ ਲਈ? ਆਪੇ ਨਹੀਂ ਛੱਡੀ ਤੁਸੀਂ, ਕਿਸੇ ਨੇ ਤੁਹਾਨੂੰ ਕਿਹਾ, ਤੁਸੀਂ ਉਹਦੀ ਮੰਨ ਲਈ ਅਤੇ ਛੱਡਤੀ। ਜਦੋਂ ਮਨੁੱਖ ਬੁਰਾਈਆਂ 'ਚ ਪੈ ਜੇ, ਉਹ ਆਪਣੇ ਆਪ ਬੁਰਾਈ 'ਚੋਂ ਨਹੀਂ ਨਿਕਲ ਸਕਦਾ, ਉਹਨੂੰ ਕੋਈ ਹੀ ਕੱਢਦਾ ਹੈ। ਹੇ ਪਰਮਾਤਮਾ, ਮੈਂ ਵਿਸ਼ੇ ਵਿਕਾਰਾਂ ਦੇ ਟੋਏ ਵਿੱਚ ਡਿੱਗ ਪਿਆ ਹਾਂ। ਹੁਣ ਮੇਰਾ ਹੱਥ ਫੜ ਕੇ ਮੈਨੂੰ ਇਹਨਾਂ ਟੋਏ ਦੇ ਵਿੱਚੋਂ ਬਾਹਰ ਕੱਢੋ। ਹਸਤ ਅਲੰਬਨ ਦੇਹੋ ਪ੍ਰਭ। ਅਲੰਬਨ ਦਾ ਮਤਲਬ ਹੁੰਦਾ ਆਸਰਾ। ਮੈਨੂੰ ਆਪਣੇ ਹੱਥ ਦਾ ਆਸਰਾ ਦਿਓ। ਵੀ ਜੇ ਕੋਈ ਹੱਥ ਨੀਵਾਂ ਕਰੇ ਤਾਂ ਆਪਾਂ ਉਹਦਾ ਹੱਥ ਫੜ ਕੇ ਬਾਹਰ ਨੂੰ ਆ ਜੀ। ਕਈ ਵਾਰੀ ਬੰਦਾ ਖੂਹ ਡਿੱਗ ਪੈਂਦਾ, ਉੱਤੋਂ ਰੱਸਾ ਲਮਕਾਉਂਦੇ ਨੇ ਵੀ ਲੈ ਪਏ ਤੂੰ ਰੱਸੇ ਨੂੰ ਫੜ ਲੈ, ਅਸੀਂ ਤੈਨੂੰ ਉੱਪਰ ਨੂੰ ਖਿੱਚਦੇ ਹਾਂ। ਇਸ ਤਰ੍ਹਾਂ ਕਹਿੰਦੇ ਤੁਸੀਂ ਆਪਣਾ ਹੱਥ ਮੈਨੂੰ ਫੜਾਓ ਤਾਂ ਜੋ ਮੈਂ ਇਸ ਟੋਏ ਦੇ ਵਿੱਚੋਂ ਬਾਹਰ ਨਿਕਲ ਸਕਾਂ। ਹਸਤ ਅਲੰਬਨ ਦੇਹੋ ਪ੍ਰਭ, ਹਸਤ ਅਲੰਬਨ ਦੇਹੋ ਪ੍ਰਭ, ਹਸਤ ਅਲੰਬਨ ਦੇਹੋ ਪ੍ਰਭ, ਹਸਤ ਅਲੰਬਨ ਦੇਹੋ ਪ੍ਰਭ। ਗਰ ਤੋਂ ਉਦਰ ਗੋਪਾਲ, ਗਰ ਤੋਂ ਉਦਰ ਗੋਪਾਲ, ਉਦਰ ਗੋਪਾਲ, ਗਰ ਤੋਂ ਉਦਰ ਗੋਪਾਲ। ਮੋਹਿ ਨਿਰਗੁਣ ਮਤ ਥੋਰਿਆ, ਮੋਹਿ ਨਿਰਗੁਣ ਮਤ ਥੋਰਿਆ, ਮੋਹਿ ਨਿਰਗੁਣ ਮਤ ਥੋਰਿਆ, ਮੋਹਿ ਨਿਰਗੁਣ ਮਤ ਥੋਰਿਆ। ਤੂੰ ਸਦ ਹੀ ਦੀਨ
ਦਿਆਲ, ਤੂੰ ਸਦ ਹੀ ਦੀਨ ਦਿਆਲ, ਤੂੰ ਸਦ ਹੀ ਦੀਨ ਦਿਆਲ, ਸਦ ਹੀ ਦੀਨ ਦਿਆਲ। ਹੇ ਪ੍ਰਮਾਤਮਾ, ਮੈਂ ਵਿਸ਼ੇ ਵਿਕਾਰਨ ਦੇ ਟੋਏ 'ਚ ਡਿੱਗ ਪਿਆ। ਤੁਸੀਂ ਆਪਣੇ ਹੱਥ ਦਾ ਆਸਰਾ ਦਿਓ, ਮੈਨੂੰ ਇਸ ਟੋਏ ਵਿੱਚੋਂ ਬਾਹਰ ਕੱਢ ਲਓ। ਮੋਹੇ ਨਿਰਗੁਣ, ਮੈਂ ਨਿਰਗੁਣ ਹਾਂ, ਮੇਰੇ 'ਚ ਕੋਈ ਗੁਣ ਨਹੀਂ ਹੈ। ਮਤ ਥੋੜ੍ਹੀ ਹੈ, ਮੇਰੀ ਮਤ ਵੀ ਥੋੜ੍ਹੀ ਹੈ। ਤੂੰ ਸਦ ਹੀ ਦੀਨ ਦਿਆਲ, ਤੂੰ ਤਾਂ ਸਦਾ ਹੀ ਦੀਨਾਂ 'ਤੇ ਦਇਆ ਕਰਨ ਵਾਲਾ ਹੈ, ਅਤੇ ਮੈਂ ਦੀਨ ਬਣ ਕੇ ਤੇਰੇ ਦਰ 'ਤੇ ਆਇਆ ਹਾਂ। ਇਸ ਲਈ ਮੈਨੂੰ ਇਸ ਟੋਏ ਵਿੱਚੋਂ ਬਾਹਰ ਕੱਢ। ਹਾਲਾਂਕਿ ਗਿਆਨ ਹੈ, ਧਿਆਨ ਦੇਣਾ, ਗਿਆਨ ਹੈ ਨਾ ਵੀ ਮੈਂ ਟੋਏ ਡਿੱਗ ਪਿਆ, ਪਰ ਫਿਰ ਵੀ ਬੇਨਤੀ ਕਰਦੇ ਨੇ ਕਿ ਮੈਨੂੰ ਇਸ 'ਚੋਂ ਕੱਢ। ਮੈਂ ਦੇਖਿਆ ਕਈ ਵਾਰੀ ਸਾਡੇ ਪਿਛਲੇ ਜਨਮਾਂ ਦੇ ਸੰਸਕਾਰ ਇੰਨੇ ਤਕੜੇ ਹੁੰਦੇ ਨੇ, ਅਸੀਂ ਕਿਸੇ ਬੁਰਾਈ ਨੂੰ ਛੱਡਣਾ ਚਾਹੁੰਦੇ ਹਾਂ ਔਰ ਦਿਲੋਂ ਛੱਡਣਾ ਚਾਹੁੰਦੇ ਹਾਂ, ਪਰ ਛੱਡ ਹੀ ਨਹੀਂ ਹੁੰਦੀ। ਮੇਰੇ ਕੋਲ ਇੱਕ ਲੜਕਾ ਹੁੰਦਾ ਉਹਦੀ ਮਾਂ ਤੰਗ ਕੇ ਕਈ ਵਾਰੀ ਮੇਰੇ ਤੋਂ ਅਰਦਾਸ ਕਰਦੀ ਹੈ ਵੀ ਬਾਬਾ ਜੀ ਮੇਰਾ ਮੁੰਡਾ ਕਦੋਂ ਮਰੇਗਾ। ਦੇਖੋ ਐਡੀ ਤੰਗ। ਮੁੰਡਾ ਬੜਾ ਵੈਸੇ ਸਾਊ ਹੈ, ਪਰ ਜਦੋਂ ਉਹਨੇ ਪੀਣੀ ਦੇ ਘਰ ਦੇ ਭਾਂਡੇ ਵੇਚ ਦਿੰਦਾ, ਕਹਿੰਦੀ ਮੈਂ ਬੜੀ ਦੂਰ, ਜੇ ਮੈਂ ਬਾਹਰ ਚਲੀ ਜਾਂਦੀ ਉਹਦੀ ਬਦਲੇ ਆਹ ਚੀਜ਼ ਵੇਚ ਆਇਆ ਅਤੇ ਆਪਣਾ ਪਊਗਾ ਜੋ ਖਰੀਦਣਾ। ਮੱਥਾ ਟੇਕਣ ਵੀ ਆਉਂਦਾ, ਸਵੇਰੇ ਸਵੇਰੇ ਕਈ ਵਾਰੀ ਆਉਂਦਾ ਹੁੰਦਾ, ਕਹਿੰਦਾ ਬਾਬਾ ਜੀ ਮੈਨੂੰ ਕੱਢ ਲਓ ਇਸ ਬਿਮਾਰੀ ਕਿਤੋਂ। ਬਥੇਰੇ ਪਾੜ ਦਿੱਤੇ ਨੇ, ਅਜੇ ਤੱਕ ਨਹੀਂ ਗੱਲ ਬਣ ਰਹੀ। ਨਹੀਂ ਗੱਲ, ਉਹ ਬੱਚਾ ਇਹਦੇ ਵਿੱਚੋਂ ਨਿਕਲਣਾ ਚਾਹੁੰਦਾ ਹੈ, ਪਰ ਪਤਾ ਨਹੀਂ ਪਿਛਲੇ ਜਨਮਾਂ ਦੇ ਕੈਸੇ ਸੰਸਕਾਰ ਨੇ ਕੋਈ ਨਿਕਲ ਹੀ ਨਹੀਂ ਹੁੰਦਾ। ਇਹ ਤਾਂ ਕਦੇ ਗੁਰੂ ਮਹਾਰਾਜ ਕਿਰਪਾ ਕਰਨ ਤਾਂ ਉਹਦੇ ਵਿੱਚੋਂ ਨਿਕਲ ਸਕਦਾ ਹੈ। ਮੈਂ ਭਾਈ ਤੂੰ ਲੱਗਾ ਰਹਿ, ਕਦੇ ਤਾਂ ਕਿਰਪਾ ਕਰਨਗੇ, ਕਦੇ ਤਾਂ ਤੇਰਾ ਕਰਮ ਕਟੇਗਾ, ਫਿਰ ਤੂੰ ਇਹਦੇ ਵਿੱਚੋਂ ਨਿਕਲੇਗਾ। ਕੱਲਾ ਕੱਲਾ ਮੁੰਡਾ ਹੈ, ਪਿਤਾ ਤੇਰਾ ਸਵਰਗਵਾਸ ਹੋ ਗਿਆ ਹੈ, ਚਲੋ ਜ਼ਮੀਨ ਜਾਇਦਾਦ ਹੈਗੀ, ਠੇਕਾ ਆਉਂਦਾ ਹੈ, ਮਾਂ ਪੁੱਤ ਗੁਜ਼ਾਰਾ ਕਰਦੇ ਨੇ, ਪਰ ਔਖਾ ਤਾਂ ਕਿੰਨੇ ਨੇ। ਦੋ ਹੀ ਮਾਵਾਂ ਮੇਰੇ ਕੋਲ ਆਈਆਂ ਨੇ, ਇੱਕ ਇਹ ਜਿਹੜੀ ਕਿਤੇ ਮੇਰਾ ਪੁੱਤਰ ਜੀ ਕਦੋਂ ਮਰੇਗਾ। ਦੇਖੋ ਬੜਾ ਔਖਾ ਹੈ। ਦੂਸਰੀ ਆਈ ਸੀ, ਕਹਿੰਦੇ ਬਾਬਾ ਜੀ ਮੇਰੇ ਪੁੱਤਰ ਨੂੰ 5 ਸਾਲ ਦੀ ਸਜ਼ਾ ਹੋ ਗਈ ਹੈ, ਉਹ ਜ਼ਮਾਨਤ ਕਰਾਉਣਾ ਚਾਹੁੰਦਾ ਹੈ, ਤੁਸੀਂ ਮੈਨੂੰ ਕੋਈ ਪਾੜ ਦਿਓ, ਮੈਂ ਪਾੜ ਕਰਾਂਗਾ, ਉਹਦੀ ਜ਼ਮਾਨਤ ਨਾ ਹੋਵੇ। ਕਹਿੰਦੇ ਜ਼ਮਾਨਤ ਨਹੀਂ ਹੋਣੀ ਚਾਹੀਦੀ। ਕਹਿੰਦੇ ਮੈਂ ਉਸ ਤੋਂ ਬੜੀ ਦੁਖੀ ਹਾਂ, ਜੇ ਜ਼ਮਾਨਤ 'ਤੇ ਆ ਗਿਆ ਸਾਨੂੰ ਫਿਰ ਦੁਖੀ ਕਰੇਗਾ, ਉਹ ਅੰਦਰ ਹੀ ਠੀਕ ਹੈ, ਉਹ ਅੰਦਰ ਹੀ ਠੀਕ। ਕਈ ਵਾਰੀ ਮਨੁੱਖ ਨੱਕ 'ਚ ਦਮ ਕਰ ਦਿੰਦਾ ਦੂਸਰੇ ਦੇ। ਮੈਂ ਸੋਚਦਾ ਕਿੰਨੇ ਢੋਲ ਢਮੱਕੇ ਵਜਾਏ ਹੋਣਗੇ ਜਦੋਂ ਪੈਦਾ ਹੋਇਆ ਹੋਵੇਗਾ। ਬਾਪ ਨੇ ਹੋ ਸਕਦਾ ਸ਼ਰਾਬ ਪਾਰਟੀ ਵੀ ਦਿੱਤੀ ਹੋਵੇ, ਬੜਾ ਕੁਛ ਕੀਤਾ ਹੋਵੇ। ਉਹੀ ਅੱਜ ਜਿਹੜਾ ਹੈ ਕਹਿ ਰਹੇ ਨੇ ਕਿ ਇਹਦੀ ਜ਼ਮਾਨਤ ਨਹੀਂ ਹੋਣੀ ਚਾਹੀਦੀ, ਇਹ ਮਰ ਜਾਣਾ ਚਾਹੀਦਾ ਹੈ। ਸੋ ਇਸ ਲਈ ਮੈਂ ਦੇਖਿਆ ਵੀ ਕਈ ਵਾਰੀ ਮਨੁੱਖ ਬੁਰਾਈਆਂ ਦੇ ਐਸੇ ਚੱਕਰ 'ਚ ਫਸਦਾ ਹੈ, ਸੋਝੀ ਵੀ ਉਹਨੂੰ ਆ ਜਾਂਦੀ ਹੈ, ਪਰ ਉਸ ਤੋਂ ਛੱਡ ਹੀ ਨਹੀਂ ਹੁੰਦੀ। ਇਹ ਤਾਂ ਫਿਰ ਪਰਮਾਤਮਾ ਹੀ ਕਿਰਪਾ ਕਰਦਾ ਹੈ, ਫਿਰ ਭਾਈ ਬਾਂਹ ਫੜ ਕੇ ਬਾਹਰ ਕੱਢ ਲੈਂਦਾ ਵੀ ਆ ਜਾ ਭਾਈ ਬਾਹਰ। ਕਿਆ ਸੁਖ ਤੇਰੇ ਸੰਭਲਾਂ ਕਵਨ ਵਿਧੀ, ਕਵਨ ਬਹੁ 'ਚ ਸ਼ਬਦ ਹੁੰਦਾ, ਕਵਨ ਕਵਨ ਗੁਣ ਕਹਿ ਕਹਿ ਗਮ, ਕਿਹੜੇ ਕਿਹੜੇ। ਕਵਨ ਹਿੰਦੀ ਦਾ ਸ਼ਬਦ ਹੈ, ਇਹ ਬਹੁਵਚਨ ਹੈ। ਵਿਧੀ ਇੱਕ ਵਚਨ ਹੈ, ਵਿਧੀ ਵਿਧੀ ਰੱਖ ਕੇ ਬਹੁਵਚਨ ਹੋ ਜਾਂਦਾ। ਕਿਆ ਸੁਖ ਤੇਰੇ ਸੰਭਲਾਂ ਕਵਨ ਵਿਧੀ ਵਿਚਾਰ, ਸ਼ਰਨ ਸਮਾਈ ਦਾਸ ਹਿਤ ਊਂਚੇ ਅਗੰਮ ਅਪਾਰ। ਸੰਭਲਾਂ ਮੈਨੇ ਯਾਦ ਕਰਾਂ, ਹੇ ਪਰਮਾਤਮਾ ਮੈਂ ਤੇਰੇ ਕਿਹੜੇ ਕਿਹੜੇ ਸੁੱਖਾਂ ਨੂੰ ਯਾਦ ਕਰਾਂ, ਕਿਹੜੇ ਕਿਹੜੇ ਤਰੀਕਿਆਂ ਨਾਲ ਯਾਦ ਕਰਾਂ, ਕਿਹੜੇ ਤਰੀਕੇ ਨਾਲ ਕਰਾਂ, ਕਿਹੜੀ ਵਿਧੀਆਂ ਨਾਲ ਕਰਾਂ।
ਤੇਰੇ ਸੁੱਖ ਹੀ ਇੰਨੇ ਨੇ, ਕਿਸ ਤਰੀਕੇ ਨਾਲ ਉਹਨਾਂ ਨੂੰ ਯਾਦ ਕਰਾਂ। ਸ਼ਰਨ ਸਮਾਈ ਦਾਸ ਹਿਤ, ਹਿਤ ਪਿਆਰ ਨੂੰ ਕਹਿੰਦੇ ਨੇ। ਤੂੰ ਆਪਣੇ ਦਾਸਾਂ ਨੂੰ ਪਿਆਰ ਕਰਦਾ ਹੈ, ਤੂੰ ਉਹਨਾਂ ਨੂੰ ਆਪਣੀ ਸ਼ਰਨ 'ਚ ਰੱਖਦਾ ਹੈ। ਸਮਾਈ ਬਣੇ ਸ਼ਰਨ 'ਚ ਰੱਖਣਾ, ਉਹ ਤੇਰੀ ਸ਼ਰਨ 'ਚ ਰਹਿੰਦੇ ਨੇ, ਉਹ ਤੇਰੇ ਦਾਸ ਨੇ, ਤੂੰ ਉਹਨਾਂ ਨੂੰ ਪਿਆਰ ਕਰਦਾ ਹੈ। ਉੱਚੇ ਅਗੰਮ ਅਪਾਰ, ਹੇ ਉੱਚੇ, ਹੇ ਅਪਹੁੰਚ, ਹੇ ਬੇਅੰਤ ਪਰਮਾਤਮਾ। ਉੱਚੇ ਉੱਚੇ, ਅਗੰਮ ਸੰਸਕ੍ਰਿਤ ਦਾ ਸ਼ਬਦ ਹੈ, ਇਹਨੂੰ ਅਗਮ ਨਹੀਂ ਪੜ੍ਹਨਾ, ਗੱਗੇ 'ਤੇ ਟਿੱਪੀ ਲਾ ਕੇ ਪੜ੍ਹਨਾ। ਅਗੰਮ ਦਾ ਮਤਲਬ ਜਿਸ ਤੱਕ ਪਹੁੰਚਿਆ ਨਾ ਜਾ ਸਕੇ, ਅਪਹੁੰਚ। ਆੜਾ ਜਿਹੜਾ ਹੈ ਆਪੋਜ਼ਿਟ ਵਰਡ ਬਣਾਉਣ ਲਈ ਲਾਇਆ, ਜਿੱਥੇ ਆੜਾ ਵਿਰੋਧੀ ਸ਼ਬਦ ਬਣਾਉਣ ਲਈ ਲਾਇਆ ਹੈ ਉੱਥੇ ਤਾਂ ਪੜ੍ਹੀਦਾ ਅਗੰਮ, ਪਰ ਜਿੱਥੇ ਆੜਾ ਵਿਰੋਧੀ ਸ਼ਬਦ ਨਹੀਂ ਹੈ, ਜਿਵੇਂ ਅਸਥਿਰ, ਗੁਰਬਾਣੀ 'ਚ ਅਸਥਿਰ ਆਉਂਦਾ ਹੈ, ਉਹਨੂੰ ਅਸਥਿਰ ਨਹੀਂ ਪੜ੍ਹਨਾ, ਉਹ ਤਾਂ ਸਥਿਰ ਦਾ ਵਿਰੋਧੀ ਸ਼ਬਦ ਹੋ ਜਾਏਗਾ। ਜੇ ਆਪਣੇ ਅਸਥਿਰ, ਸਥਿਰ ਦਾ ਵਿਰੋਧੀ ਸ਼ਬਦ ਹੋ ਜਾਏਗਾ, ਪਰ ਗੁਰਬਾਣੀ 'ਚ ਅਸਥਿਰ ਵਰਤੇ ਸਥਿਰ ਲਈ, ਇਸ ਲਈ ਅਸਥਿਰ ਪੜ੍ਹਨਾ, ਅਸਥਿਰ ਨਹੀਂ ਪੜ੍ਹਨਾ। ਪਰ ਇੱਕ ਗਮ ਦਾ ਵਿਰੋਧੀ ਸ਼ਬਦ ਇਸ ਲਈ ਪੜ੍ਹਨਾ, ਅਗੰਮ। ਅਗੰਮ ਗਮ ਹੁੰਦਾ ਪਹੁੰਚਣਾ, ਅਗੰਮ ਜਿਸ ਤੱਕ ਪਹੁੰਚਿਆ ਨਾ ਜਾ ਸਕੇ, ਅਪਾਰ ਜਿਹਦਾ ਅੰਤ ਹੀ ਕੋਈ ਨਹੀਂ, ਜੋ ਬੇਅੰਤ ਹੈ। ਹੇ ਪਰਮਾਤਮਾ, ਤੂੰ ਉੱਚਾ ਹੈ, ਤੂੰ ਅਪਹੁੰਚ ਹੈ, ਤੂੰ ਬੇਅੰਤ ਹੈ। ਤੇਰੇ ਦਾਸ ਤੇਰੀ ਸ਼ਰਨ 'ਚ ਰਹਿੰਦੇ ਹਨ, ਤੂੰ ਉਹਨਾਂ ਨੂੰ ਆਪਣੀ ਸ਼ਰਨ 'ਚ ਰੱਖਦਾ ਹੈ। ਸਗਲ ਪਦਾਰਥ ਅਸ਼ਟ ਸਿੱਧ, ਨਾਮ ਮਹਾਰਸ ਮਾਹਿ। ਨਾਮ ਜਪਦਿਆਂ ਜਪਦਿਆਂ ਉਹਦੇ 'ਚ ਰਸ ਆਉਣ ਲੱਗ ਜਾਂਦਾ, ਉਹ 'ਚ ਆਨੰਦ ਆਉਣ ਲੱਗ ਜਾਂਦਾ। ਇਹ ਨਹੀਂ ਕਿ ਜਿਵੇਂ ਰਸਗੁੱਲਿਆਂ ਦਾ ਰਸ ਹੈ ਐਂ ਟਪਕੇ ਕੋਈ ਭਾਵ ਅਲਕਦਾ, ਹਾ ਵੀ ਆਵਾਜ਼ ਕਿੰਨੀ ਰਸਦਾਇਕ ਹੈ, ਕਿੰਨੀ ਰਸੀਲੀ ਹੈ, ਸਵਾਦਲੀ ਹੈ। ਸਗਲ ਪਦਾਰਥ ਅਸ਼ਟ ਸਿੱਧ, ਨਾਮ ਮਹਾਰਸ ਮਾਹਿ। ਪਰਮਾਤਮਾ ਦੇ ਨਾਮ ਰਸ ਦੇ ਵਿੱਚ, ਮਾਹੇ ਮੇਰੇ ਵਿੱਚ ਸਾਰੇ ਹੀ ਪਦਾਰਥ ਨੇ। ਅਸ਼ਟ ਸਿੱਧ 8 ਸਿੱਧੀਆਂ ਨੇ, ਉਹ 'ਚ 18 ਸਿੱਧੀਆਂ ਹੁੰਦੀਆਂ, ਉਹਨਾਂ 'ਚ 8 ਸਿੱਧੀਆਂ ਵੱਡੀਆਂ ਗਿਣੀਆਂ ਗਈਆਂ। ਭਾਵ ਸਾਰੀਆਂ ਸਿੱਧੀਆਂ, ਸਾਰੇ ਪਦਾਰਥ ਪਰਮਾਤਮਾ ਦੇ ਨਾਮ ਰਸ ਵਿੱਚ ਹਨ। ਜੋ ਆਨੰਦ ਪਦਾਰਥਾਂ ਨਾਲ ਆਉਂਦਾ ਹੈ, ਜੋ ਰਿੱਧੀਆਂ ਸਿੱਧੀਆਂ ਨਾਲ ਆਉਂਦਾ ਹੈ, ਉਹ ਕਦੇ ਨਾਮ ਰਸ ਨਾਲ ਹੀ ਆ ਜਾਂਦਾ ਹੈ। ਸੋ ਜਦੋਂ ਨਾਮ ਜਪਦੇ ਜਪਦੇ ਰਸ ਆਵੇ ਨਾ, ਕਿਸੇ ਚੀਜ਼ ਦੀ ਕਮੀ ਨਹੀਂ ਫਿਰ ਰਹਿੰਦੀ, ਫਿਰ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ। ਫਿਰ ਸਾਰੇ ਪਦਾਰਥ, ਸਾਰੀਆਂ ਸਿੱਧੀਆਂ ਆਪਣੇ ਆਪ ਹੀ ਪ੍ਰਾਪਤ ਹੋ ਜਾਂਦੀਆਂ ਹਨ। ਸੋ ਪ੍ਰਸੰਨ ਪਏ ਕੇਸ਼ਵਾ, ਸੇ ਜਨ ਹਰ ਗੁਣ ਗਾਹੇ। ਕੇਸ਼ਵਾ ਪਰਮਾਤਮਾ ਨੂੰ ਕਹਿੰਦੇ ਨੇ, ਜਿਸ ਤੇ ਪਰਮਾਤਮਾ ਖੁਸ਼ ਹੋ ਗਿਆ, ਸੇ ਜਨ ਹਰ ਗੁਣ ਗਾਹੇ। ਉਹ ਜਿਹੜੇ ਪਰਮਾਤਮਾ ਦੇ ਦਾਸ ਨੇ, ਹਰੀ ਦੇ ਗੁਣ ਗਾਉਂਦੇ ਹਨ। ਜਿਨ੍ਹਾਂ 'ਤੇ ਪਰਮਾਤਮਾ ਖੁਸ਼ ਹੋ ਜਾਂਦਾ ਨਾ, ਉਹ ਫਿਰ ਪਰਮਾਤਮਾ ਦੇ ਗੁਣ ਗਾਉਂਦੇ ਨੇ। ਜਦੋਂ ਤੁਹਾਡਾ ਪਰਮਾਤਮਾ ਦੇ ਗੁਣ ਗਾਉਣ ਨੂੰ ਜੀਅ ਕਰੇ, ਸਿਮਰਨ ਨੂੰ ਜੀਅ ਕਰੇ, ਬਾਣੀ ਪੜ੍ਹਨ ਨੂੰ ਜੀਅ ਕਰੇ, ਸਮਝੋ ਅੱਜ ਪਰਮਾਤਮਾ ਖੁਸ਼ ਹੈ। ਅੱਜ ਪਰਮਾਤਮਾ ਖੁਸ਼ ਹੈ ਤੁਹਾਡੇ 'ਤੇ, ਤਾਂ ਤੁਸੀਂ ਸਤਸੰਗ 'ਚ ਆਏ ਹੋ। ਕਈ ਘਰ ਸੁਣ ਰਹੇ ਹੋਣਗੇ, ਚਲੋ ਚੰਗੀ ਗੱਲ ਹੈ, ਪਰ ਮੈਂ ਦੇਖਿਆ ਘਰ 'ਚ ਕੋਈ ਨਾ ਕੋਈ ਬੁਲਾਉਂਦਾ ਹੈ। ਮੈਂ ਇੱਕ ਵਾਰੀ ਆਪਣੀ ਕਥਾ ਆਪ ਹੀ ਦਿਨੇ ਸੁਣ ਰਿਹਾ, 5 ਵਾਰ ਤਾਂ ਵਿੱਚ ਮੈਨੂੰ ਬੁਲਾਉਣੀ ਆ ਗਏ ਘੰਟੇ 'ਚ। ਘਰ 'ਚ ਕਦੇ ਕੋਈ ਬੱਚਾ ਬੋਲ ਪਿਆ, ਕਦੇ ਕਿਸੇ ਨੇ ਆਵਾਜ਼ ਮਾਰਤੀ, ਕਦੇ ਕੁਛ ਹੋ ਗਿਆ, ਉਹ ਗੱਲ ਹੀ ਨਹੀਂ ਬਣਦੀ ਹੈਗੀ। ਜੋ ਗੱਲ ਇੱਥੇ ਆ ਕੇ ਬਣਨੀ ਹੈ, ਇਹੀ ਕਥਾ ਘਰ 'ਚ ਸੁਣ ਕੇ ਨਹੀਂ ਬਣਨੀ ਹੈ। ਦੋਨੋਂ ਤਜਰਬੇ ਕਰਕੇ ਭਾਵੇਂ ਕੋਈ ਵੇਖ ਸਕਦਾ। 2-4 ਦਿਨ ਹੀ ਆਉਣਾ ਜਾਣਾ ਔਖਾ ਲੱਗਦਾ, ਫਿਰ ਰੂਟੀਨ ਬਣ ਜਾਂਦੀ ਹੈ। ਜਿਵੇਂ ਜਿਹੜੇ ਲੋਕ ਸੈਰ ਕਰਦੇ ਨੇ, ਮਹੀਨਾ 2 ਮਹੀਨੇ ਇੱਕ ਵਾਰੀ ਔਖਾ ਹੈ, ਫਿਰ ਉਹ ਰੂਟੀਨ ਹੋ ਜਾਂਦੀ ਹੈ। ਫਿਰ ਤੁਸੀਂ ਸੈਰ ਕੀਤੇ ਬਿਨਾਂ ਰਹਿ ਹੀ ਨਹੀਂ ਸਕਦੇ, ਗਰਮੀ ਹੋਵੇ ਸਰਦੀ ਹੋਵੇ। ਸ਼ੁਰੂ ਕਹੇਗਾ ਯਾਰ ਪਸੀਨਾ ਆਉਂਦਾ, ਗਰਮੀ ਦਾ ਮੌਸਮ ਹੈ, ਆਹ ਥੋੜ੍ਹੇ ਸਰਦੀਆਂ ਹਾਲ ਨਾਲ ਫਿਰ ਕਰਾਂਗੇ। ਜੋ ਸਰਦੀਆਂ ਦੇ ਕਹੇ ਯਾਰ ਠੰਡ ਲੱਗਦੀ ਹੈ, ਕੋਈ ਠੀਕ ਮੌਸਮ ਵਾਲੇ।
ਪਰ ਮੈਂ ਦੇਖਿਆ ਸਾਡੇ 4-5 ਬੰਦੇ ਨੇ, ਉਹ ਸਵੇਰੇ 4 ਵਜੇ ਉੱਠੇ ਹੁੰਦੇ ਨੇ, ਪਾਰਕ ਦੇ ਗੇੜੇ ਲਾ ਰਹੇ, ਗਰਮੀਆਂ ਹੋਣ ਸਰਦੀਆਂ ਹੋਣ, ਉਹਨਾਂ ਕਰਨੀ ਹੈ। ਕਿਉਂ? ਫਿਰ ਉਹ ਆਦੀ ਹੋ ਜਾਂਦੇ ਨੇ। ਇਸ ਤਰ੍ਹਾਂ ਜਦੋਂ ਤੁਸੀਂ ਸਤਸੰਗ 'ਚ ਆਈ ਜਾਓਗੇ 15-20 ਦਿਨ, ਫਿਰ ਤੁਹਾਨੂੰ ਆਦਤ ਪੈ ਜਾਏਗੀ, ਫਿਰ ਤੁਸੀਂ ਸਤਸੰਗ ਤੋਂ ਬਿਨਾਂ ਨਹੀਂ ਰਹਿ ਸਕੋ। ਕਿਉਂਕਿ ਜਿਹੜਾ ਸਤਸੰਗ 'ਚ ਆ ਕੇ ਭਜਨ ਬੰਦਗੀ ਕਰਨੀ ਹੈ, ਉਹਦਾ ਆਨੰਦ ਹੋਰ ਹੁੰਦਾ ਹੈ, ਘਰ ਬੈਠ ਕੇ ਹੋਰ ਹੁੰਦਾ। ਇਸ ਲਈ ਕਹਿੰਦੇ ਜਿਸ 'ਤੇ ਪਰਮਾਤਮਾ ਖੁਸ਼ ਹੁੰਦਾ ਹੈ, ਸੇ ਜਨ ਹਰ ਗੁਣ ਗਾਹੇ। ਉਹ ਜਿਹੜੇ ਜਨ ਨੇ, ਉਹ ਜਿਹੜੇ ਪਰਮਾਤਮਾ ਭਗਤ ਨੇ, ਉਹ ਹਰੀ ਦੇ ਗੁਣ ਗਾਉਂਦੇ ਹਨ। ਮਾਤ ਪਿਤਾ ਸੁਤ ਬੰਧਪੋ, ਤੂੰ ਮੇਰੇ ਪ੍ਰਾਣ ਆਧਾਰ। ਸਾਧ ਸੰਗ ਨਾਨਕ ਭਜੈ, ਬਿਖ ਤਰਿਆ ਸੰਸਾਰ। हे ਪਰਮਾਤਮਾ, ਤੂੰ ਮੇਰੀ ਮਾਤਾ ਹੈ, ਤੂੰ ਮੇਰਾ ਪਿਤਾ ਹੈ। ਸੁਤ ਪੁੱਤਰ ਨੂੰ ਕਹਿੰਦੇ ਨੇ, ਤੂੰ ਮੇਰਾ ਪੁੱਤਰ ਹੈ। ਬੰਧਪੋ ਰਿਸ਼ਤੇਦਾਰ ਨੂੰ ਕਹਿੰਦੇ, ਤੂੰ ਮੇਰਾ ਰਿਸ਼ਤੇਦਾਰ ਹੈ। ਤੂੰ ਮੇਰੇ ਪ੍ਰਾਣਦਾਰ, ਤੂੰ ਮੇਰੀ ਜਿੱਦ ਦਾ ਆਸਰਾ ਹੈ। ਸਾਧ ਸੰਗ ਨਾਨਕ ਭਜੈ। ਗੁਰੂ ਮਹਾਰਾਜ ਕਹਿੰਦੇ ਜਿਹੜਾ ਸਤ ਸੰਗ 'ਚ ਆ ਕੇ ਪਰਮਾਤਮਾ ਦਾ ਨਾਮ ਜਪਦਾ ਨਾ, ਬਿਖ ਤਰਿਆ ਸੰਸਾਰ। ਉਹ ਇਸ ਵਿਸ਼ੇ ਵਿਕਾਰਾਂ ਦੇ ਸਮੁੰਦਰ ਨੂੰ ਤਰ ਜਾਂਦਾ ਹੈ, ਉਹ ਸੰਸਾਰ ਭਵ ਸਾਗਰ ਨੂੰ ਤਰ ਜਾਂਦਾ ਹੈ। ਸਤ ਸੰਗ 'ਚ ਇਸ ਲਈ ਕਿਹਾ ਸਾਧ ਸੰਗ ਨਾਨਕ ਭਜੈ। ਗੁਰੂ ਦੀ ਸੰਗਤ 'ਚ ਆ ਕੇ ਜਿਹੜਾ ਨਾਮ ਜਪਦਾ ਨਾ, ਬਿਖ ਤਰਿਆ ਸੰਸਾਰ। ਇਹ ਵਿਸ਼ੇ ਵਿਕਾਰਾਂ ਜਿਹੜਾ ਸੰਸਾਰ ਹੈ, ਉਸ ਤੋਂ ਇਹ ਤਰ ਜਾਂਦਾ। ਮਾਤ ਪਿਤਾ ਸੁਤ ਬੰਧਪੋ, ਮਾਤ ਪਿਤਾ ਸੁਤ ਬੰਧਪੋ, ਮਾਤ ਪਿਤਾ ਸੁਤ ਬੰਧਪੋ, ਮਾਤ ਪਿਤਾ ਸੁਤ ਬੰਧਪੋ। ਤੂੰ ਮੇਰੇ ਪ੍ਰਾਣ ਆਧਾਰ, ਤੂੰ ਮੇਰੇ ਪ੍ਰਾਣ ਆਧਾਰ। हे ਪ੍ਰਾਣ ਆਧਾਰ, ਤੂੰ ਮੇਰੇ ਪ੍ਰਾਣ ਆਧਾਰ। ਸਾਧ ਸੰਗ ਨਾਨਕ ਭਜੈ, ਸਾਧ ਸੰਗ ਨਾਨਕ ਭਜੈ। ਸਾਧ ਸੰਗ ਨਾਨਕ ਭਜੈ, ਸਾਧ ਸੰਗ ਨਾਨਕ ਭਜੈ। ਬਿਖ ਤਰਿਆ ਸੰਸਾਰ, ਬਿਖ ਤਰਿਆ ਸੰਸਾਰ। ਸੰਸਾਰ ਬਿਖ ਤਰਿਆ ਸੰਸਾਰ। ਸੋ ਕਿਉਂਕਿ ਸੰਸਾਰ 'ਚ ਬੁਰਾਈਆਂ ਹੀ ਬੁਰਾਈਆਂ ਹਨ, ਉਹਨਾਂ ਬੁਰਾਈਆਂ ਤੋਂ ਤਾਂ ਹੀ ਬਚ ਸਕਦਾ ਬੰਦਾ ਜੇ ਬੰਦਾ ਸਤ ਸੰਗਤ ਕਰੇ, ਪਰਮਾਤਮਾ ਦਾ ਨਾਮ ਜਪੇ। ਫਿਰ ਪਰਮਾਤਮਾ ਕੀ ਹੁੰਦਾ ਹੈ? ਪਰਮਾਤਮਾ ਸਾਡੀ ਮਾਂ ਬਣ ਜਾਂਦਾ ਹੈ, ਸਾਡਾ ਪਿਤਾ ਬਣ ਜਾਂਦਾ ਹੈ, ਸਾਡਾ ਪੁੱਤਰ ਬਣ ਜਾਂਦਾ ਹੈ, ਸਾਡਾ ਰਿਸ਼ਤੇਦਾਰ ਬਣ ਜਾਂਦਾ। ਇਹਨਾਂ ਤੋਂ ਸਾਨੂੰ ਫਾਇਦਾ ਹੁੰਦਾ ਨਾ। ਔਖੇ ਵੇਲੇ ਮਾਂ ਕੰਮ ਆਉਂਦੀ ਹੈ, ਪਿਤਾ ਕੰਮ ਆਉਂਦਾ ਹੈ, ਪੁੱਤਰ ਸੇਵਾ ਕਰਦਾ ਹੈ, ਰਿਸ਼ਤੇਦਾਰ ਆਉਂਦੇ ਨੇ। ਫਿਰ ਪਰਮਾਤਮਾ ਸਭ ਕੁਛ ਹੋ ਜਾਂਦਾ। ਉਹਦਾ ਨਾਮ ਜਪੀ ਜਾਣਾ। ਪਰਮਾਤਮਾ ਫਿਰ ਸਾਡਾ ਮਾਂ ਬਣ ਕੇ ਵੀ ਸਾਡੀ ਸੇਵਾ ਕਰੇਗਾ, ਬਾਪ ਬਣ ਕੇ ਸਾਨੂੰ ਪਾਲੇਗਾ, ਪੁੱਤਰ ਬਣ ਕੇ ਵੀ ਕਰੇਗਾ, ਅਤੇ ਰਿਸ਼ਤੇਦਾਰ ਬਣ ਕੇ ਵੀ ਕਰੇਗਾ। ਕਰਨਾ ਤਾਂ ਸਾਰਾ ਪਰਮਾਤਮਾ ਨੇ ਹੈ। ਪਰਮਾਤਮਾ ਆਪ ਸਿੱਧਾ ਨਹੀਂ ਕਰਦਾ, ਉਹ ਸਾਧਨ ਵਰਤਾਉਂਦਾ। ਜੇ ਪਰਮਾਤਮਾ ਨੇ ਤੁਹਾਨੂੰ ਅਮੀਰ ਕਰਨਾ, ਠੀਕ ਹੈ, ਤੁਸੀਂ ਮੰਨ ਲਓ ਸਿਮਰਨ ਕਰ ਰਹੇ ਹੋ, ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ, ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ। ਤੁਸੀਂ ਮਹੀਨਾ ਕਰੀ ਗਏ ਕਰੀ ਗਏ ਕਰੀ ਗਏ, ਹੁਣ ਤੁਹਾਡੀ ਤਾਂ ਨੌਕਰੀ ਲੱਗੀ ਹੋਈ ਹੈ। ਹੁਣ ਤੁਸੀਂ ਇਹ ਪਾਠ ਕਰ ਰਹੇ ਹੋ, ਪਰਮਾਤਮਾ ਤੁਹਾਨੂੰ ਅਮੀਰ ਕਰਨਾ, ਤੁਹਾਨੂੰ ਕਹੂਗਾ ਉਹ ਯਾਰ 100 ਰੁਪਏ ਦੀ ਲਾਟਰੀ ਖਰੀਦ ਲੈ, ਤੁਸੀਂ ਲਾਟਰੀ ਖਰੀਦ ਲਓ।
ਲਾਟਰੀ ਪਾਤੀ, ਨਾਲੇ ਜਾਪ ਕਰ ਦਿਓ, 10-15 ਹਜ਼ਾਰ ਦੀ ਨਿਕਲ ਆਈ, ਚੇਲ ਹੋ ਗਿਆ ਗੱਲ। ਜਿਹੜਾ ਤੁਸੀਂ ਜਾਪ ਕਰ ਰਿਹਾ ਐਵੇਂ ਨਹੀਂ ਜਾਣਾ। ਠੀਕ ਹੈ। ਅੱਜ ਮੇਰੇ ਮਨ 'ਚ ਜਾਣ ਸੇ ਤੂੰ ਵੀ ਲਾਟਰੀ ਪਾ ਲੈ। ਹਾਲਾਂਕਿ ਮੈਨੂੰ ਜੋਤਿਸ਼ੀ ਨੇ ਕਿਹਾ ਸੀ ਕਿ ਤੁਹਾਨੂੰ ਉੱਪਰੋਂ ਕੋਈ ਆਮਦਨ ਨਹੀਂ ਹੋਣੀ, ਅਤੇ ਮੈਂ ਕਿਹਾ ਵੀ ਚੱਲ ਮੈਂ ਭਾਵੇਂ ਦੂਜੀ ਲਾਈਨ 'ਤੇ ਮੇਰਾ ਜ਼ਿਆਦਾ ਜ਼ੋਰ ਹੈ, ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿੱਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ, ਪਰ ਲਾਈਨਾਂ 'ਤੇ ਜ਼ੋਰ ਹੋਣੇ। ਮੇਰੇ ਮਨ 'ਚ ਲਾਟਰੀ ਪਾ ਦੇ 100 ਰੁਪਇਆ ਨਿਕਲਿਆ, ਕਿਸੇ ਗਰੀਬ ਰਿਸ਼ਤੇਦਾਰ ਨੂੰ ਦੇ ਦਾਂਗਾ, ਚੱਕ ਯਾਰ ਕੀ ਯਾਦ ਰੱਖੇਗਾ, ਨਾਲੇ ਮੈਨੂੰ ਹੋ ਜਾਊ ਵੀ ਹਾਂ ਵਾਕਈ ਯਾਰ ਇਹ ਲਾਈਨ 'ਚ ਕਿੰਨੀ ਤਾਕਤ ਹੈ। ਬਾਣੀ ਹੈ, ਐਵੇਂ ਤਾਂ ਜਾ ਨਹੀਂ ਸਕਦੀ ਹੈ। ਮਹੀਨਾ ਕੁ ਕਰੋ ਪਾਠ, ਫਿਰ 20 ਰੁਪਏ ਦੀ ਭਾਵੇਂ ਲਾਟਰੀ ਪਾ, 20 ਰੁਪਏ ਦੀ ਵੀ ਆਉਂਦੀ ਹੈ, ਹਰ ਹਫ਼ਤੇ ਨਿਕਲਦੀ ਹੈ, 150 ਦੀ ਵੀ ਆਉਂਦੀ ਹੈ, 100 ਰੁਪਏ ਵਾਲੀ ਵੀ ਹੁੰਦੀ ਹੈ, ਜਿਹੋ ਜਿਹੀ ਹੈ। ਗਰੀਬਾਂ ਵਾਲੇ ਵੀ ਲਾਟਰੀਆਂ ਨੇ। ਹਾਂ ਵੀ ਮੈਂ ਅਖਬਾਰ 'ਚ ਕੁਦਰਤੀ ਦੀ ਪੜ੍ਹ ਰਿਹਾ ਸੀ, 20 ਰੁਪਏ ਵਾਲੀ ਵੀ ਹੈ ਜਿਹੜੀ ਹਰ ਸੋਮਵਾਰ ਨੂੰ ਨਿਕਲਦੀ ਹੈ, 50 ਵਾਲੀ ਵੀ ਹੈ, 100 ਵਾਲੀ ਵੀ ਹੈ, ਫਿਰ ਬੰਪਰ ਜਿਹੜੇ ਹੁੰਦੇ 500-500 ਰੁਪਏ ਵਾਲੀ ਵੀ ਹੈ। ਤਜਰਬਾ ਹੀ ਕਰਨਾ। ਤਜਰਬਾ ਕਰਨ 'ਚ ਕੀ ਹਰਜ ਹੈ। 20 ਗਏ ਜਾਂ 100 ਗਿਆ। ਉਹ ਸਰਕਾਰ ਕੋਲ ਹੀ ਜਾ ਰਿਹਾ ਹੈ, ਸਰਕਾਰੀ ਲਾਟਰੀ ਹੁੰਦੀ। ਖੈਰ, ਜਦੋਂ ਤੁਸੀਂ ਭਜਨ ਬੰਦਗੀ ਕਰੋਗੇ, ਪਰਮਾਤਮਾ ਨੇ ਤੁਹਾਨੂੰ ਅਮੀਰ ਕਰਨਾ ਹੀ ਕਰਨਾ ਹੈ। ਉਹਨੇ ਉੱਤੋਂ ਕੋਈ ਪੈਸਾ ਨਹੀਂ ਸੁੱਟਣਾ, ਉੱਤੋਂ ਕੁਛ ਨਹੀਂ ਡਿੱਗਿਆ ਕਰਦਾ। ਭਾਵੇਂ ਕਿ ਰੱਬ ਜਦੋਂ ਦਿੰਦਾ ਛੱਪਰ ਪਾੜ ਕੇ ਦਿੰਦਾ, ਪਰ ਜਦੋਂ ਦਿੰਦਾ ਬਹੁਤ ਦਿੰਦਾ ਹੈ। ਉਹ ਸਾਧਨ ਢੰਗ ਤਰੀਕਾ ਵਰਤੰਦਾ। ਚਲੋ ਆਪਾਂ ਜੇ ਬਿਜ਼ਨਸ ਕਰਦੇ ਹੋ ਤਾਂ ਗੱਲ ਹੋਰ ਹੈ ਨਾ, ਵੀ ਬਿਜ਼ਨਸ ਕਰਦੇ ਸੀ, ਪਰਮਾਤਮਾ ਨੇ ਉਹ ਕਾਰੋਬਾਰ 'ਚ ਵਾਧੇ ਕਰਦੇ। ਇੱਕ ਬੰਦਾ ਦਿਹਾੜੀ ਕਰ ਰਿਹਾ ਹੈ, 500 ਰੁਪਏ ਰੋਜ਼ ਦੀ ਦਿਹਾੜੀ ਹੈ। ਇੱਕ ਬੰਦਾ ਨੌਕਰੀ ਕਰ ਰਿਹਾ, ਉਹਦੀ ਫਿਕਸਡ ਤਨਖਾਹ ਹੈ। ਉਹਨੂੰ ਫਿਰ ਪਰਮਾਤਮਾ ਕਿਵੇਂ ਅਮੀਰ ਕਰੇਗਾ? ਉਹ ਫਿਰ ਢੰਗ ਤਰੀਕਾ ਕੋਈ ਵਰਤਾਏਗਾ। ਇਸ ਲਈ ਬਾਣੀ ਪੜ੍ਹੀ ਜਾਈਦੀ ਹੈ, ਨਾਮ ਜਪੀ ਜਾਈਦਾ ਹੁੰਦਾ। ਸਮਾਂ ਪਾ ਕੇ ਹਰ ਚੀਜ਼ ਕੋਲ ਹੋ ਜਾਏਗੀ, ਕਿਸੇ ਚੀਜ਼ ਦੀ ਕਮੀ ਨਹੀਂ ਰਹੇਗੀ। ਜ਼ਿੰਦਗੀ ਧੱਕੇ ਤੋੜੇ ਖਾਣ ਦੀ ਲੋੜ ਨਹੀਂ ਹੈਗੀ, ਨਾ ਕੋਈ ਬਹੁਤਾ ਕਾਲੇ ਪੈਣ ਦੀ ਲੋੜ ਹੈ। ਹੱਥਾਂ 'ਤੇ ਸਰੋਂ ਨਹੀਂ ਜੰਮਿਆ ਕਰਦੀ। ਕਹਿੰਦੇ ਹੱਥਾਂ 'ਤੇ ਸਰੋਂ ਨਹੀਂ ਜੰਮਿਆ ਕਰਦੀ। ਸਰੋਂ ਤਾਂ ਧਰਤੀ ਜੰਮੇਗੀ ਅਤੇ 5-6 ਮਹੀਨੇ ਲੱਗਣਗੇ ਉਸ ਨੂੰ। ਇਸ ਲਈ ਕੁਝ ਸਮਾਂ ਲੱਗਦਾ ਹੈ। ਬਾਣੀ ਹੈ, ਇਹਨੇ ਆਪਣਾ ਫਲ ਦੇਣਾ ਹੀ ਦੇਣਾ ਹੈ। ਸਿਮਰਨ ਕਰ ਦਿਓ, ਉਹਨੇ ਆਪਣਾ ਫਲ ਦੇਣਾ ਹੀ ਦੇਣਾ ਹੈ। ਕੋਈ ਵੀ ਕਰਮ ਫਲ ਤੋਂ ਬਿਨਾਂ ਨਹੀਂ ਜਾਂਦਾ। ਚੰਗਾ ਕਰ ਲਓ, ਮੰਦਾ ਕਰ ਲਓ। ਇਹ ਸੰਸਾਰਕ ਕੰਮ ਨਹੀਂ ਕਿ ਬਿਨਾਂ ਫਲ ਚਲੇਗਾ। ਇੱਕ ਬੱਚਾ ਸਾਰਾ ਸਾਲ ਪੜ੍ਹਦਾ ਰਹਿੰਦਾ, ਪਰ ਇਮਤਿਹਾਨ 'ਚ ਆ ਕੇ ਉਹਦਾ ਐਕਸੀਡੈਂਟ ਹੋ ਗਿਆ, ਉਹ ਵਿਚਾਰਾ ਫੇਲ ਹੋ ਗਿਆ। 11.5 ਮਹੀਨੇ ਦੀ ਕੀਤੀ ਮਿਹਨਤ ਐਵੇਂ ਗਈ ਨਾ। ਪਰ ਧਰਮ ਦੇ ਵਿੱਚ ਜਿਹੜੀ ਤੁਸੀਂ ਮਿਹਨਤ ਕਰੋਗੇ ਉਹ ਐਵੇਂ ਨਹੀਂ ਜਾਂਦੀ, ਉਹਨੇ ਆਪਣਾ ਫਲ ਦੇਣਾ ਹੀ ਦੇਣਾ। ਇੱਕ ਵਾਰ ਵੀ ਜ਼ਿੰਦਗੀ ਤੁਸੀਂ ਵਾਹਿਗੁਰੂ ਕਿਹਾ ਨਾ, ਜੋ ਧਰਮਰਾਜ ਦੇ ਹਿਸਾਬ ਹੋਏਗਾ, ਉਹ ਕਹੇਗੇ ਨੇ ਇੱਕ ਵਾਰ ਵਾਹਿਗੁਰੂ ਕਿਹਾ, ਉਹਦਾ ਵੀ ਤੁਹਾਨੂੰ ਉਹਨੇ ਫਲ ਦੇਣਾ। ਇਸ ਲਈ ਕਹਿੰਦੇ ਜਿਹੜਾ ਸਤ ਸੰਗ ਚੱਕ ਕੇ ਪਰਮਾਤਮਾ ਦਾ ਨਾਮ ਜਪਦਾ, ਬਿਖ ਤਰਿਆ ਸੰਸਾਰ। ਇਹ ਵਿਸ਼ੇ ਵਿਕਾਰ ਦੇ ਸੰਸਾਰ ਨੂੰ ਤਰ ਜਾਂਦਾ। ਗੌੜੀ ਬੈਰਾਗਨ ਰੋਏ ਕੇ ਛੰਤ ਕੇ ਘਰ, ਮਹੱਲਾ 5। ਇੱਕ ਓੰਕਾਰ ਸਤਿਗੁਰ ਪ੍ਰਸਾਦ। ਹੈ ਕੋਈ ਰਾਮ ਪਿਆਰੋ ਗਾਵੇ, ਸਰਬ ਕਲਿਆਣ ਸੁਖ ਸੱਚ ਪਾਵੇ। ਕਹਿੰਦੇ ਕੋਈ ਵਿਰਲਾ ਟਾਵੇਂ ਜਿਹੜਾ ਪਰਮਾਤਮਾ ਦੇ ਗੁਣ ਗਾਉਂਦਾ। ਹੈ ਕੋਈ ਰਾਮ ਪਿਆਰੋ ਗਾਵੇ, ਕੋਈ ਰਾਮ ਦਾ ਪਿਆਰਾ ਹੈ ਜਿਹੜਾ ਪਰਮਾਤਮਾ ਦੇ ਗੁਣ ਗਾਉਂਦਾ। ਅਤੇ ਜਿਹੜਾ ਫਿਰ ਪਰਮਾਤਮਾ ਦੇ ਗੁਣ ਗਾਉਂਦਾ, ਸਰਬ ਕਲਿਆਣ ਸਾਰੇ ਆਨੰਦ, ਸੁਖ ਸਾਰੇ ਸੁਖ, ਸੱਚ ਪਰਮਾਤਮਾ ਪਾਵੇ, ਪ੍ਰਾਪਤ ਕਰ ਲੈਂਦਾ। ਉਹਨੂੰ ਸਾਰੇ ਆਨੰਦ ਸਾਰੇ ਸੁੱਖ ਪ੍ਰਾਪਤ ਨੇ, ਨਾਲੇ ਰੱਬ ਪ੍ਰਾਪਤ ਹੋ ਜਾਂਦਾ। ਬਸ ਉਹਦੇ ਗੁਣ ਹੀ ਗਾਉਣੇ ਨੇ। ਇਹ ਨਹੀਂ ਕਹਿਣਾ ਵੀ ਹਾਂ ਆਪਾਂ ਕੀਰਤਨ ਕਰਨਾ ਜੀ, ਮੇਰਾ ਤਾਂ ਗਲਾ ਨਹੀਂ ਠੀਕ ਹੈ, ਉਹ ਭਾਵ ਨਹੀਂ ਹੈਗਾ। ਬਾਣੀ ਪੜ੍ਹਨਾ ਵੀ ਉਹਦੇ ਗੁਣ ਗਾਉਣਾ ਹੈ, ਸਿਮਰਨ ਕਰਨਾ ਵੀ ਉਹਦੇ ਗੁਣ ਗਾਉਣਾ ਹੈ, ਕੀਰਤਨ ਕਰਨਾ ਤੇ ਫਿਰ ਗੁਣ ਗਾਉਣਾ ਹੈ ਹੀ ਹੈ। ਸੋ ਇਸ ਲਈ ਹੈ ਕੋਈ ਰਾਮ ਪਿਆਰੋ ਗਾਵੇ, ਜਿਹੜਾ ਕੋਈ ਪਰਮਾਤਮਾ ਦਾ ਪਿਆਰਾ ਪਰਮਾਤਮਾ ਦੇ ਗੁਣ ਗਾਉਂਦਾ, ਪਰਮਾਤਮਾ ਨੂੰ ਸਾਰੇ ਸੁੱਖ ਸਾਰੇ ਆਨੰਦ ਦਿੰਦਾ, ਨਾਲੇ ਉਹਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ।
ਹੈ ਕੋਈ ਰਾਮ ਪਿਆਰੋ ਗਾਵੇ, ਹੈ ਕੋਈ ਰਾਮ ਪਿਆਰੋ ਗਾਵੇ, ਹੈ ਕੋਈ ਰਾਮ ਪਿਆਰੋ ਗਾਵੇ, ਹੈ ਕੋਈ ਰਾਮ ਪਿਆਰੋ ਗਾਵੇ। ਸਰਬ ਕਲਿਆਣ ਸੁਖ ਸਚ ਪਾਵੈ, ਸਰਬ ਕਲਿਆਣ ਸੁਖ ਸਚ ਪਾਵੈ, ਸਰਬ ਕਲਿਆਣ ਸੁਖ ਸਚ ਪਾਵੈ। ਕਈ ਵਾਰ ਬੰਦਾ ਕਹਿੰਦਾ ਜੇ ਮੈਂ ਪਰਮਾਤਮਾ ਦੇ ਗੁਣ ਕੀ ਮਿਲੇਗਾ, ਆ ਕਹਿੰਦੇ ਆਨੰਦ ਹੀ ਆਨੰਦ ਮਿਲੇਗਾ, ਸੁੱਖ ਹੀ ਸੁੱਖ ਮਿਲੇਗਾ, ਨਾਲੇ ਰੱਬ ਮਿਲੇਗਾ। ਤੇ ਜੇ ਰੱਬ ਹੀ ਮਿਲ ਗਿਆ ਬਾਕੀ ਫਿਰ ਕੁਛ ਰਹਿ ਹੀ ਨਹੀਂ ਗਿਆ। ਬਨ ਬਨ ਖੋਜਤ ਫਿਰਤ ਬੈਰਾਗੀ, ਬਿਰਲੇ ਕਾਹੂ ਏਕ ਲਿਵ ਲਾਗੀ। ਬੜੀ ਦੁਨੀਆ ਜੰਗਲਾਂ 'ਚ ਫਿਰਦੀ ਹੈ ਰੱਬ ਨੂੰ ਖੋਜਦੀ ਹੋਈ, ਬੈਰਾਗੀ ਹੋ ਕੇ, ਘਰ ਬਾਰ ਛੱਡ ਕੇ। ਅਸਲ ਤਾਂ ਬੈਰਾਗੀ ਦਾ ਰਾਗ ਹੁੰਦਾ ਮੋਹ, ਬੈਰਾਗ ਹੁੰਦਾ ਮੋਹ ਤੋਂ ਰਹਿਤ ਹੋ ਜਾਣਾ, ਮੋਹ ਨੂੰ ਤਿਆਗ ਦੇਣਾ। ਮਨੁੱਖ ਮੋਹ ਨਹੀਂ ਛੱਡਦਾ, ਧੀਆਂ ਪੁੱਤਰਾਂ ਛੱਡ ਕੇ ਚਲੇ ਜਾ ਜੰਗਲਾਂ ਨੂੰ, ਮੋਹ ਉਸ ਤਰੀਕੇ ਰਹਿੰਦਾ ਹੈ। ਬੈਰਾਗੀ ਘਰ 'ਚ ਰਹਿ ਕੇ ਵੀ ਤੁਸੀਂ ਬੈਰਾਗੀ ਹੋ ਸਕਦੇ, ਮੋਹ ਛੱਡ ਦਿਓ। ਜਿੰਨੇ ਵੀ ਅਸੀਂ ਗਲਤ ਕੰਮ ਕਰਦੇ ਧੀਆਂ ਪੁੱਤਰਾਂ ਲਈ ਮੋਹ ਜਾ ਕੇ ਕਰਦੇ ਹਾਂ, ਮੋਹ ਜਾ ਕੇ ਕਰਦੇ। ਪੁੱਤਰ ਆਪਣੀ ਮਾਂ ਨੂੰ ਬੁਲਾਉਣਾ ਹੀ ਨਹੀਂ ਚਾਹੁੰਦਾ, ਮਾਂ ਅਰਦਾਸਾਂ ਕਰਾਉਂਦੀ ਤੇ ਮੇਰਾ ਪੁੱਤਰ ਮੈਨੂੰ ਬੁਲਾਉਣਾ ਵੀ ਦਫਾ ਕਰ, ਉਹ ਤੈਨੂੰ ਨਹੀਂ ਬੁਲਾ, ਤੂੰ ਉਹਨੂੰ ਨਾ ਬੁਲਾ, ਉਹ ਤੈਨੂੰ ਨਹੀਂ ਬੁਲਾਉਂਦਾ ਤੂੰ ਉਹਨੂੰ ਨਾ ਬੁਲਾ, ਜਾ ਦਫਾ ਹੋਵੇਗਾ। ਇੱਕ ਭਰਾ ਦੂਜੇ ਨੇ ਨਾ ਬੁਲਾਵੇ, ਜੇ ਉਹਦਾ ਸਾਡੇ ਬਿਨਾਂ ਸਰ ਸਕਦਾ, ਸਾਡਾ ਵੀ ਉਹਦੇ ਬਿਨਾਂ ਸਰ ਸਕਦਾ, ਬਸ ਇਹ ਸਮਝਣਾ। ਜੇ ਮੇਰੇ ਪੁੱਤਰ ਦਾ ਮੇਰੇ ਬਿਨਾਂ ਸਰ ਸਕਦਾ, ਮੇਰਾ ਵੀ ਉਹਦੇ ਬਿਨਾਂ ਸਰ ਸਕਦਾ, ਬਸ ਉੱਥੇ ਬਹੁਤ ਖਤਮ ਹੈ। ਅਤੇ ਜਿਹੜਾ ਹੈ ਉਹ ਰੁੱਸ ਗਿਆ ਅਤੇ ਮਗਰ ਮਗਰ ਮਾਂ ਜਾ ਕੇ ਮਨਾਉਂਦੀ ਫਿਰਦੀ ਹੈ। ਸਾਡੀ ਬੇਬੇ ਨਹੀਂ ਸੀ ਮਨਾਉਂਦੀ, ਉਹ ਕਰਦੀ ਵੀ ਕੀ, ਥੱਬਾ ਸਾਰਾ ਦੇ ਟੱਬਰ ਸੀ, ਕਿਹਨੂੰ ਕਿਹਨੂੰ ਮਨਾਉਂਦੀ। ਦੁਪਹਿਰ ਸਵੇਰ ਦੀਆਂ ਰੋਟੀਆਂ ਪੱਕੀ, ਦੁਪਹਿਰੇ ਅਸੀਂ ਆ ਕੇ ਖਾਂਦੇ, ਸਾਨੂੰ ਤਾਜ਼ੀਆਂ ਕੋਈ ਨਹੀਂ ਸੀ ਪਕਾ ਕੇ ਦਿੰਦਾ। ਤੁਸੀਂ ਤਾਂ ਆਪਣਾ ਜਵਾਕ ਵਿਗਾੜ ਲੈਣਾ, ਜਦੋਂ ਆਉਂਦੇ ਤਵਾ ਧਾਰ ਰੱਖ ਲਿਆ, ਵਜੇ 1-2 ਵਜੇ ਆ ਗਏ, ਉਹਦੇ ਲਈ 2 ਵਜੇ ਪਕਾ ਰਹੇ ਹੋ, ਦੂਜੇ 2:30 ਵਜੇ, ਉਹਦੇ ਲਈ 2:30 ਵਜੇ ਪਕਾ ਰਹੇ ਹੋ, ਤੀਜੇ 3 ਵਜੇ ਆ 3 ਵਜੇ ਪਕਾ ਰਹੇ ਹੋ, ਬਸ ਆਹੀ ਲੱਗੇ ਰਹਿੰਦੇ ਤੁਸੀਂ। ਇੱਕ ਕਹਿੰਦਾ ਮੈਂ ਰਾਤ ਨੂੰ 8 ਵਜੇ ਖਾਊਂਗਾ, ਉਹਨੂੰ ਇੱਕ ਨੂੰ 8 ਵਜੇ ਪਕਾ ਕਰ, ਇੱਕ ਕਹਿੰਦਾ ਮੈਂ 10 ਵਜੇ ਉਹਨੂੰ 10 ਵਜੇ ਪਕਾ ਕਰ, ਇੱਕ ਕਹਿੰਦਾ ਮੈਂ 11 ਵਜੇ ਉਹਨੂੰ 11 ਵਜੇ ਪਕਾ ਕਰ। ਵੀ ਆਹ ਪੱਕ ਗਈਆਂ ਨੇ, ਆਪਣਾ ਜੋ ਮਰਜ਼ੀ ਖਾਓ। ਵੀ ਆਹ ਮੈਂ ਪਕਾਤੀ, ਜਿਹਨੇ ਹੁਣ ਖਾਣੀ ਹੁਣ ਖਾ ਲਓ, ਜਿਹਨੇ 11 ਵਜੇ ਖਾਣੀ 11 ਵਜੇ। ਘਰ 'ਚ ਗਰਮ ਕਰਨ ਲਈ ਅੱਜ ਕੱਲ੍ਹ ਸਭ ਕੁਛ ਆਪੇ ਗਰਮ ਕਰਕੇ ਖਾ ਲਓ, ਵੱਡੇ ਬੜੇ ਤੁਹਾਡਾ ਕੰਮ ਹੈ, ਆਪਣਾ ਤੁਸੀਂ ਸਮੋ। ਦੁਪਹਿਰੇ ਰੋਟੀ ਖਾਣ ਦੀ ਆਦਤ ਸੀ ਮੱਖਣ ਨਾਲ, ਚਲੋ ਘਰ 'ਚ ਮੱਖਣ ਸੀ। ਆਇਆ ਮੈਂ, ਬੇਬੇ ਨੇ ਕੁਦੇ ਸਾਰਾ ਮੱਖਣ ਗਰਮ ਕਰਕੇ ਘਿਓ ਬਣਾ ਤਾ। ਮੈਂ ਬੇਬੇ ਮੱਖਣ ਤਾਂ ਹੈ ਨਹੀਂ, ਕਹਿੰਦੇ ਉਹ ਮੈਂ ਭੁੱਲ ਗਈ ਵੀ ਉਹ ਘਿਓ ਬਣ ਗਿਆ, ਤਾਂ ਚੱਲ ਤੂੰ ਸ਼ੱਕਰ ਘਿਓ ਖਾ ਲੈ। ਮੈਂ ਨਾ, ਮੈਂ ਤਾਂ ਮੱਖਣ ਖਾਣਾ। ਕਹੇ ਮੱਖਣ ਤਾਂ ਹੁਣ ਹੈ ਨਹੀਂ, 7ਵੀਂ ਪੜ੍ਹਦਾ ਸੀ ਮੈਂ, ਨਾ ਮੈਂ ਤਾਂ ਮੱਖਣ, ਮੈਂ ਖਾਧੀ ਨਹੀਂ ਰੋਟੀ। ਕਹਿ ਨਾ ਖਾ। ਮੈਂ ਵਾਪਸ ਚਲੇ ਗਿਆ ਭੁੱਖਾ, ਰਾਤ ਨੂੰ ਵੀ ਨਹੀਂ ਮੈਨੂੰ ਨਹੀਂ ਦਿੱਤੀ। ਮੈਨੂੰ ਪੁੱਛਿਆ ਹੀ ਨਹੀਂ ਰੋਟੀ ਖਾਏਗਾ। ਅਗਲੇ ਦਿਨ ਆਪੇ ਦੁਪਹਿਰ ਤੱਕ ਭੁੱਖ ਲੱਗ ਗਈ। ਅੱਜ ਰੁੱਸਦੇ ਜੈਮਲ ਸਿੰਘ, ਮੁੜ ਕੇ ਨਹੀਂ ਰੁੱਸਿਆ। ਕਹਿੰਦੇ ਤੁਹਾਡੇ ਮਗਰ ਮਗਰ ਫਿਰ ਖਾਣੀ ਖਾਓ, ਨਹੀਂ ਖਾਣੀ ਨਾ ਖਾਓ। ਐਂ ਟੱਲੀ ਅੰਗ ਰੱਖੇ। ਆ ਕੱਪੜੇ ਧੋਣਾ ਗੋਲ ਡੰਡਾ, ਅੱਜ ਕੱਲ੍ਹ ਚੌੜਾ ਗੋ ਆ ਗਿਆ ਨਾ, ਗੋਲ ਡੰਡਾ ਹੁੰਦਾ ਸੀ। ਕਿਸੇ ਨੇ ਊਂ ਕੀਤੀ ਨਹੀਂ, ਉਹਦੀ ਖੁੱਚਾਂ ਦੇ ਡੰਡਾ ਮਾਰਿਆ ਨਹੀਂ ਹੁੰਦਾ, ਸਿੱਧਾ ਕਿ ਨਹੀਂ ਹੁੰਦਾ। ਦਸੰਬਰ ਦਾ ਮਹੀਨਾ ਚਾਹੇ ਜਨਵਰੀ ਦਾ, ਨਹਾਉਣਾ ਹੀ ਨਹਾਉਣਾ। ਜਿਹੜਾ ਊਂ ਕਰੇ ਉਹਦੇ ਲੱਤਾਂ ਦੇ ਡੰਡਾ ਪੈਂਦਾ। ਨਹਾਏਗਾ ਕਿ ਨਹੀਂ ਨਾ, ਭੱਜਿਆ ਜਾਂਦਾ ਸੀ ਨਹਾਉਣ। ਬੀਬੀ ਬੜੀ ਸਖਤ ਸੀ, ਅੱਗੋਂ ਬੀਬੀ ਸਖਤ ਟੱਕਰ ਗਈ, ਪਹਿਲਾਂ ਮਾਂ ਸਖਤ ਸੀ। ਮੈਂ ਜੈ ਹੁਣ ਸਿਆ ਤੇਰੀ ਤਾਂ ਸਾਰੀ ਉਮਰ ਐਂ ਲੰਘ ਗਈ, ਪਰ ਐ ਰੱਖਿਆ ਟੱਲੀਆਂ। ਮਾਂ ਮੈਨੂੰ ਇਸ ਲਈ ਯਾਦ ਆਉਂਦੀ। ਬੇਬੀ ਵੈਸੇ ਉਹ ਜੀ ਬੜੀ ਨੇਕ ਸੀ, ਐਸੀ ਗੱਲ ਨਹੀਂ ਹੈ, ਸੁਭਾਅ ਦੇ ਕੁਦਰਤੀ।
ਕਰੈਕਟਰ ਦੀ ਬਹੁਤ ਉੱਚੀ ਸੀ। ਹਾਂ, ਬਹੁਤ ਵਧੀਆ ਟੀਚਰ ਸੀ, ਬੜਾ ਆਦਰ ਮਾਣ ਦਾ ਸਨੌਰ 'ਚ ਹੁੰਦੇ। ਪੁਰਾਣੇ ਵਿਦਿਆਰਥੀ ਜਦੋਂ ਮਿਲਦੇ ਕਹਿੰਦੇ ਅੱਛਾ, ਇੱਕ ਦਿਨ ਮੈਂ ਘਰ ਗਿਆ, ਮੈਂ ਸਹਿ ਸਵਾਈ ਪੁੱਛ ਲਿਆ ਵੀ ਤੁਸੀਂ ਕਿੰਨਾ ਪੜ੍ਹੇ ਹੋ? ਕਹਿੰਦੇ ਅਸੀਂ +2 ਕੀਤੀ ਹੋਈ ਹੈ। ਮੈਂ ਕਿਹੜੇ ਸਕੂਲ 'ਚ ਕੀਤੀ ਹੈ? ਕਹਿੰਦੇ ਗਰਲਸ ਸਕੂਲ ਸਨੌਰ ਤੋਂ। ਅੱਛਾ, ਮੈਂ ਹਿੰਦੀ ਉੱਥੇ ਕੌਣ ਪੜ੍ਹਾਉਂਦੇ? ਕਹਿੰਦੇ ਢਿੱਲੋਂ ਮੈਡਮ ਸਨ। ਉਹਨਾਂ ਨੇ ਸੋਚ ਮੈਂ ਤਾਂ ਭਿੰਡਾ ਰਹਿਣਾ। ਮੈਂ ਵੀ ਕਿਹਾ ਜੀ ਸੀ, ਕਹਿ ਜੀ ਸਖਤ ਬੜੀ ਸੀ ਪਰ ਪੜ੍ਹਾਉਂਦੀ ਬਹੁਤ ਵਧੀਆ ਸੀ। ਹੁਣ ਬਹੁਤ ਵਧੀਆ ਮੈਡਮ ਸੀ, ਸਾਰਾ ਪਿੰਡ ਦਾ ਸਤਿਕਾਰ ਕਰ। ਫਿਰ ਹੁਣ ਕਿਹਾ ਮੇਰੀ ਘਰ ਵਾਲੀ ਸੀ। ਉਹਨੇ ਅੱਛਾ ਜੀ, ਕਹਿੰਦੇ ਤੇ ਪਿੰਡੋਂ ਨੇ ਮੈਂ ਉਹਨੇ ਕਿਹਾ ਮੈਂ ਤਾਂ ਆਪਣਾ ਢਿੱਲੋਂ ਰੱਖਾਂਗੀ। ਮੈਂ ਭਾਈ ਤੁਸੀਂ ਰੱਖ ਲਓ, ਮੈਨੂੰ ਕੋਈ ਜ਼ਰੂਰੀ ਨਹੀਂ ਕਿ ਤੁਸੀਂ ਮਿਸਿਸ ਇੱਕ ਚਲਿਆ ਗਿਆ। ਕਹਿੰਦੇ ਇੱਥੇ ਮੈਂ ਮਿਸਿਸ ਭਿੰਡਰ ਨੂੰ ਮਿਲਣਾ। ਕਹਿੰਦੇ ਇੱਥੇ ਤਾਂ ਕੋਈ ਨਹੀਂ ਹੈਗਾ। ਉਹ ਕੀ ਪੜ੍ਹਾਉਂਦੇ ਨੇ? ਕਹਿੰਦੀ ਹਿੰਦੀ ਪੜ੍ਹਾਉਂਦੇ ਨੇ। ਕਹਿੰਦੇ ਇੱਕ ਹੈਗੇ ਢਿੱਲੋਂ ਮੈਡਮ ਹੈਗੇ, ਉਹ ਹਿੰਦੀ ਪੜ੍ਹਨ ਮੇਲ ਉਹਨੇ ਮਿਲ ਲਓ। ਜੋ ਗਿਆ ਉਹਨੇ ਦੇਖਿਆ ਹਾਂ ਇਹੀ ਮਿਸ ਭਿੰਡਰ ਹੈ। ਸੋ ਆਪਣਾ ਆਪਣਾ ਹੈਗਾ। ਸੋ ਕਈ ਵਾਰੀ ਬੰਦੇ 'ਚ ਬਹੁਤ ਗੁਣ ਹੁੰਦੇ ਨੇ, ਪਰ ਇੱਕ ਦਾ ਜਿਹੜਾ ਹੈ ਉਹ ਥੋੜ੍ਹਾ ਸਖਤ ਸ਼ਬਦਾਂ ਵਾਲਾ ਹੁੰਦਾ ਹੈ, ਕੋਈ ਫਰਕ ਹੁੰਦਾ ਕੁਦਰਤੀ। ਹਾਂ, ਸੋ ਕਈ ਵਾਰੀ ਉਹ ਠੀਕ ਵੀ ਰਹਿੰਦਾ ਹੈ, ਬੰਦਾ ਜਿਹੜਾ ਕਾਇਮ ਰਹਿੰਦਾ ਵੀ ਹਾਂ ਇਹ ਡੰਡੇ ਵਾਲਾ ਸਿਰ 'ਤੇ ਹੈਗਾ ਕੋਈ। ਹਾਂ, ਕੋਈ ਨਾ ਕੋਈ ਡੰਡੇ, ਚਾਹੇ ਬਾਪੂ ਹੈ, ਚਾਹੇ ਬੇਬੇ ਹੈ, ਚਾਹੇ ਭਰਾ ਹੈ, ਚਾਹੇ ਕੋਈ ਹੈ, ਇੱਕ ਡੰਡੇ ਵਾਲਾ ਜ਼ਰੂਰ ਸਿਰ 'ਤੇ ਚਾਹੀਦਾ। ਮੈਂ ਦੇਖਿਆ ਬੰਦਾ ਫਿਰ ਐਂ ਟੱਲੀਆਂ ਰਹਿੰਦਾ। ਸੋ ਰੱਬ ਵੀ ਡੰਡੇ ਵਾਲਾ, ਸਿਰਫ ਇਹਦਾ ਡੰਡਾ ਦਿਸਦਾ ਨਹੀਂ ਹੈ। ਰੱਬ ਦਾ ਡੰਡਾ ਤਾਂ ਬੜਾ ਸਖਤ ਹੈ, ਪਰ ਇੰਨਾ ਸਿਰ ਦਿਸਦਾ ਨਹੀਂ ਹੈ। ਹਾਂਜੀ, ਸੋ ਗੁਰੂ ਮਹਾਰਾਜ ਕਹਿੰਦੇ ਹੈ ਕੋਈ ਰਾਮ ਪਿਆਰੋ ਗਾਵੇ, ਸਰਬ ਕਲਿਆਣ ਸੁਖ ਸਚ ਪਾਵੇ। ਬਨ ਬਨ ਖੋਜਤ ਫਿਰਤ ਬੈਰਾਗੀ, ਬਹੁਤ ਸਾਰੇ ਵੈਰਾਗੀ ਬਣ ਕੇ ਘਰ ਬਾਰ ਛੱਡ ਕੇ ਜੰਗਲਾਂ 'ਚ ਰੱਬ ਨੂੰ ਲੱਭਦੇ ਫਿਰਦੇ ਹਨ। ਬਿਰਲੇ ਕਾਹੂ, ਕਾਹੂ ਦੇ ਕਿਸੇ ਨੇ, ਜਾਹੂ ਕਾਹੂ ਤਾਹੂ, ਤਿੰਨ ਸ਼ਬਦ ਨੇ ਗੁਰਬਾਣੀ ਚਾਹੁੰਦੇ। ਇਹ ਤਿੰਨੋਂ ਹਿੰਦੀ ਦੇ ਨੇ, ਇਹ ਕਾਹੂ ਨਹੀਂ ਇਸ ਨੂੰ ਪੜ੍ਹਨਾ। ਜਾਹੂ ਕਾਹੂ ਤਾਹੂ ਇਹ ਤਿੰਨੋਂ ਟਿੱਪੀ ਤੋਂ ਬਿਨਾਂ ਨੇ। ਬਿਰਲੇ ਕਾਹੂ ਏਕ ਲਿਵ ਲੱਗੀ, ਪਰ ਕਿਸੇ ਵਿਰਲੇ ਟੱਬ ਦੀ ਪਰਮਾਤਮਾ ਨੂੰ ਲਿਵ ਲੱਗਦੀ ਹੈ। ਕਿਉਂਕਿ ਜਿੰਨਾ ਚਿਰ ਉਹਦੇ ਨਾਲ ਲਿਵ ਨਹੀਂ ਲੱਗਦੀ ਉਹਨਾਂ ਚਿਰ ਉਹ ਪ੍ਰਾਪਤ ਨਹੀਂ ਹੁੰਦਾ। ਸਾਡੀ ਅਜੇ ਪਰਮਾਤਮਾ ਨੂੰ ਲਿਵ ਨਹੀਂ ਲੱਗਦੀ ਹੈਗੀ। ਲਿਵ ਨਹੀਂ ਅਜੇ ਲੱਗਦੀ ਹੈ, ਮਨ ਇਕਾਗਰ ਨਹੀਂ ਹੁੰਦਾ ਹੈ। ਇਹ ਮਨ 'ਚ ਕੋਈ ਨਾ ਕੋਈ ਖਿਆਲ ਪਾਠ ਕਰਦੇ ਹੋਏ ਸਿਮਰਨ ਆਈ ਜਾਂਦਾ ਹੈਗਾ। ਜਿੱਦੇ ਕੋਈ ਖਿਆਲ ਨਾਲ ਉਹਦੇ ਲਿਵ ਲੱਗ ਜਾਏਗੀ, ਉਹਦੇ ਜੇ ਤੁਹਾਡੀ 15-20 ਮਿੰਟਾਂ ਲਈ ਵੀ ਲਿਵ ਲੱਗ ਗਈ ਨਾ, ਤੁਹਾਨੂੰ ਮਹੀਨਾ 2 ਮਹੀਨੇ ਉਹਦਾ ਆਨੰਦ ਆਉਂਦਾ ਰਹੇਗਾ। ਕੋਈ ਹੁਣੇ ਮੈਂ 1971 'ਚ ਭਜਨ ਬੰਦਗੀ ਕਰਨ ਲੱਗਾ, ਕੋਈ 72 ਦੀ ਗੱਲ ਹੋਣੀ। ਸਕੂਲ ਦੇ ਗਰਾਊਂਡ ਦੇ ਵਿੱਚ ਟਾਹਲੀਆਂ ਸਨ, ਗਰਾਊਂਡ ਦੇ ਆਲੇ ਦੁਆਲੇ ਬਹੁਤ ਸੋਹਣੀ ਛਾਂ ਦੀ ਸੀ। ਮੈਂ ਆਪਣੀ ਪੋਥੀ 'ਤੇ ਸਟੈਂਡ ਲੈ ਕੇ ਆ ਜਾਣਾ ਸ਼ਾਮ ਨੂੰ, ਉਹ ਟਾਹਲੀ ਦੇ ਹੇਠ ਬੈਠ ਕੇ ਮੈਂ ਆਪਣਾ ਪਾਠ ਕਰਦੇ ਰਹਿਣਾ। ਇੱਕ ਦਿਨ ਪਾਠ ਕਰਦੇ ਕਦੇ ਮੈਨੂੰ ਨਹੀਂ ਪਤਾ ਕਦੋਂ ਸੁਰਤ ਜੁੜ ਗਈ। ਮੈਨੂੰ ਕੋਈ ਪਤਾ ਨਹੀਂ ਮੈਂ ਕਿੱਥੇ ਬੈਠਾ ਕਿੱਥੇ ਨਹੀਂ ਬੈਠਾ। ਰਾਤ ਪੈ ਗਈ। ਜਦੋਂ ਪੀਅਰ ਨੇ ਲਾਈਟਾਂ ਜਗਾਈਆਂ, ਉਹਨੇ ਵੇਖਿਆ ਕੋਈ ਗਰਾਊਂਡ 'ਚ ਬੈਠਾ। ਉਹ ਮੇਰੇ ਕੋਲ ਆਇਆ। ਉਹਨੇ ਸੋਚਿਆ ਵੀ ਮਾਸਟਰ ਜੀ ਸੌਂ ਗਏ। ਉਹਨੇ ਮੈਨੂੰ ਹਿਲਾਇਆ, ਕਹਿੰਦੇ ਮਾਸਟਰ ਜੀ ਘਰ ਨਹੀਂ ਜਾਣਾ। ਮੈਂ ਯਾਰ ਓਹੋ, ਮੈਂ ਤੂੰ ਬਹੁਤ ਮਾੜਾ ਕੀਤਾ। ਕਹਿੰਦੇ ਜੀ ਰਾਤ ਪੈ ਗਈ ਅਤੇ ਮੈਂ ਸੋਚਿਆ ਤੁਸੀਂ ਸੌਂ ਗਏ। ਅਤੇ ਕਹਿੰਦੇ ਮੈਂ ਕੀ ਮਾੜਾ? ਮੈਂ ਨਹੀਂ, ਤੂੰ ਇਸ ਗੱਲ ਨੂੰ ਨਹੀਂ ਸਮਝ ਸਕਦਾ। ਘੰਟਾ ਡੇਢ ਜਿਹੜਾ ਉਹ ਸੀ, ਮੈਨੂੰ ਪਤਾ ਹੀ ਨਹੀਂ ਕਿ ਮੈਂ ਕਿੱਥੇ ਸੀ। ਤੁਸੀਂ ਸੁਣ ਕੇ ਹੈਰਾਨ ਹੋ ਗਏ, 2-3 ਮਹੀਨੇ ਮਾਰੇ ਪੈਰ ਨਹੀਂ ਧਰਤੀ 'ਤੇ ਲੱਗਦੇ ਸੀ ਚੱਜ ਨਾਲ। ਇੰਨਾ ਆਨੰਦ, ਜਿਵੇਂ ਕੋਈ ਬੰਦਾ ਮਸਤੀ 'ਚ ਆ ਜਾਂਦਾ ਨਾ, ਐਂ ਮੈਂ ਮਸਤੀ 'ਚ ਰਹਿੰਦਾ ਹੁੰਦਾ ਸੀ। ਮੈਂ ਲੈ ਇੱਕੋ ਦਿਨ ਬਿਰਤੀ ਜੁੜੀ ਹੈ, ਜਿਹੜੇ ਦੀ ਰੋਜ਼ ਰੋਜ਼ ਜੁੜਦੀ ਹੋਏਗੀ ਉਹ ਕਿਆ ਬਾਤਾਂ ਹੁੰਦੀਆਂ ਹੋਣਗੀਆਂ, ਕਿਸ ਅਵਸਥਾ 'ਤੇ ਪਹੁੰਚੇ ਹੋਏ ਹੋਣਗੇ। ਇਹ ਸੁਰਤ ਜੁੜਨ ਦੀ ਹੈ ਕਿ ਜਦੋਂ ਬੰਦੇ ਸੁਰਤ ਜੁੜਦੀ ਹੈ ਉਹ ਫਿਰ ਪਰਮਾਤਮਾ ਦੇ ਕੋਲ ਪਹੁੰਚਦਾ ਹੈ, ਅਤੇ ਪਰਮਾਤਮਾ ਕੋਲ ਸ਼ਾਂਤੀ ਹੀ ਸ਼ਾਂਤੀ, ਆਨੰਦ ਹੀ ਆਨੰਦ ਹੈ। ਇਸ ਲਈ ਅਜੇ ਸਾਡੀ ਸੁਰਤ ਨਹੀਂ ਜੁੜਦੀ ਹੈ। ਇਸ ਲਈ ਅਜੇ ਸਾਨੂੰ ਜਿਹੜੀ ਇੱਥੇ ਵਿੱਚ ਗੱਲਾਂ ਲਿਖੀਆਂ ਬਾਣੀ 'ਚ ਉਹ ਪੂਰੀ ਤਰ੍ਹਾਂ ਸਮਝ ਨਹੀਂ ਆਉਂਦੀ, ਕਿ ਉਹ ਆਪਣੇ ਨਾਲ ਬੀਤੇਗੀ ਤਾਂ ਫਿਰ ਗੱਲ ਅਸਲ ਸਮਝ ਆਉਂਦੀ। ਸੋ ਜੰਗਲਾਂ 'ਚ ਤਾਂ ਬੜੇ ਬੈਰਾਗੀ ਬਣ ਕੇ ਫਿਰਦੇ ਨੇ। ਬਿਰਲੇ ਕਾਹੂ ਏਕ ਲਿਵ ਲਾਗੀ, ਕਿਸੇ ਵਿਰਲੇ ਦੀ ਪਰਮਾਤਮਾ ਦੇ ਨਾਲ ਲਿਵ ਲੱਗਦੀ ਹੈ। ਜਿਨ ਹਰ ਪਾਇਆ ਸੇ ਵਡ ਭਾਗੀ,
ਹਾਂ, ਜਿਨ੍ਹਾਂ ਨੇ ਪਰਮਾਤਮਾ ਨੂੰ ਪਾ ਲਿਆ ਉਹ ਵੱਡੇ ਭਾਗ ਵਾਲੇ ਬਈ, ਉਹ ਵੱਡੇ ਭਾਗ ਵਾਲੇ ਹੋਏ ਨੇ ਜਿਨ੍ਹਾਂ ਰੱਬ ਮਿਲ ਜਾਂਦਾ ਹੈ। ਬ੍ਰਹਮਾਦਿਕ ਸਨਕਾਦਿਕ ਚਾਹੇ, ਚਾਹੇ ਇੱਕ ਵਚਨ ਹੁੰਦਾ। ਬ੍ਰਹਮਾਦਿਕ ਬ੍ਰਹਮਾ ਵਰਗੇ, ਸਨਕਾਦਿਕ ਸਨਕ ਵਰਗੇ। ਬ੍ਰਹਮਾ ਦੇ 4 ਪੁੱਤਰ ਹੈ, ਉਹਨਾਂ 'ਚ ਇੱਕ ਸਨਕ ਹੈ। ਸਨਕਾਦਿਕ ਸਨਕ ਵਰਗੇ, ਬ੍ਰਹਮਾਦਿਕ ਬ੍ਰਹਮਾ ਵਰਗੇ। ਬ੍ਰਹਮਾਦਿਕ ਸਨਕਾਦਿਕ ਚਾਹੇ, ਚਾਹੇ ਇੱਕ ਵਚਨ ਹੁੰਦਾ। ਜਦ ਬਿੰਦੀ ਲਾ ਦੋਗੇ ਤਾਂ ਚਾਹੇ ਹੋ ਜਾਏ ਚਾਹੁੰਦੇ ਹਨ। ਚਾਹੇ ਚਾਹੁੰਦਾ ਹੈ, ਚਾਹੇ ਚਾਹੁੰਦੇ ਹਨ। ਬ੍ਰਹਮਾਦਿਕ ਸਨਕਾਦਿਕ ਚਾਹੇ, ਜੋਗੀ ਜਤੀ ਸਿੱਧ ਹਰ ਆਹੇ। ਆਹੇ ਹੁੰਦਾ ਚਾਹੁਣਾ, ਆਹੇ ਚਾਹੁੰਦੇ ਹਨ। ਜਿਸੈ ਪ੍ਰਾਪਤ ਸੋ ਹਰ ਗੁਣ ਗਾਹੈ। ਹੁਣ ਸੋ ਅੱਗੇ ਇੱਕ ਵਚਨ ਅੱਗੇ ਇਸ ਲਈ ਕਹਾ। ਬ੍ਰਹਮਾ ਵਰਗੇ, ਬ੍ਰਹਮਾ ਦੇ ਪੁੱਤਰ ਸਨਕ ਵਰਗੇ ਪਰਮਾਤਮਾ ਨੂੰ ਮਿਲਣਾ ਚਾਹੁੰਦੇ ਹਨ। ਜੋਗੀ ਮਿਲਣਾ ਚਾਹੁੰਦੇ ਨੇ, ਜਤੀ ਮਿਲਣਾ ਚਾਹੁੰਦੇ ਨੇ, ਸਿੱਧ ਮਿਲਣਾ ਚਾਹੁੰਦੇ ਨੇ, ਆਹੇ ਮਿਲਣਾ ਚਾਹੁੰਦੇ ਹਨ। ਜਿਸੈ ਪ੍ਰਾਪਤ ਸੋ ਹਰ ਗੁਣ ਗਾਹੈ। ਅਤੇ ਜਿਸ ਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ ਉਹ ਸਦਾ ਹੀ ਪਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ। ਕਿਤੇ ਮਿਲਣਾ ਤਾਂ ਬੜਾ ਚਾਹੁੰਦੇ ਨੇ। ਬ੍ਰਹਮਾ ਵੀ ਰੱਬ ਨੂੰ ਮਿਲਣਾ ਚਾਹੁੰਦਾ ਹੈ, ਕਿਉਂਕਿ ਮਾਇਆ ਦੇ ਪੁੱਤਰ ਨੇ। ਏਕਾ ਮਾਈ, ਮਾਈ ਮੈਨੂੰ ਮਾਇਆ। ਪਹਿਲਾਂ ਪਰਮਾਤਮਾ ਸੀ, ਫਿਰ ਉਸਨੇ ਮਾਇਆ ਬਣਾਈ, ਫਿਰ ਅੱਗੇ ਉਹਦੇ ਚੇਲੇ ਬਣਾਏ। ਇਸ ਲਈ ਸਾਡੇ 'ਤੇ ਮਾਇਆ ਦਾ ਪ੍ਰਭਾਵ ਹੈ। ਇਹ ਮਾਇਆ ਦੇ ਪੁੱਤਰ ਨੇ। ਇਸ ਲਈ ਇਹ ਜਿਹੜੇ ਬ੍ਰਹਮ ਗਿਆਨੀ ਨਹੀਂ ਹੈਗੇ, ਇਹ ਤਿੰਨੋਂ ਦੇਵਤੇ ਬ੍ਰਹਮ ਗਿਆਨੀ ਨਹੀਂ ਹੈਗੇ, ਇਹ ਮਾਇਆ ਦੇ ਅਧੀਨ ਨੇ। ਕਿਉਂਕਿ ਏਕਾ ਮਾਈ ਜੁਗਤ ਵਿਆਹੀ, 3 ਚੇਲੇ ਪ੍ਰਵਾਨ, 3 ਦੇ ਪੁੱਤਰ ਹੋਏ ਅੱਗੇ। ਇੱਕ ਸੰਸਾਰੀ ਬ੍ਰਹਮਾ, ਇੱਕ ਭੰਡਾਰੀ ਵਿਸ਼ਨੂੰ, ਇੱਕ ਲਾਏ ਦੀਵਾਨ, ਅਤੇ ਜਿਹੜਾ ਸ਼ਿਵ ਜੀ ਮਹਾਰਾਜ। ਉਹ ਵੇਖੇ ਪਰਮਾਤਮਾ ਇਹਨਾਂ ਨੂੰ ਵੇਖ ਰਿਹਾ, ਉਹਨਾਂ ਨੂੰ ਨਜ਼ਰ ਨਾ ਆਵੇ, ਪਰ ਪਰਮਾਤਮਾ ਇਹਨਾਂ ਨੂੰ ਦਿਸਦਾ ਨਹੀਂ ਹੈ। ਪਰਮਾਤਮਾ ਤਿੰਨਾਂ ਦੇਵਤਿਆਂ ਨੂੰ ਵੇਖ ਰਹੇ ਕੀ ਕਰ ਰਹੇ ਨੇ, ਪਰ ਦੇਵਤੇ ਪਰਮਾਤਮਾ ਨੂੰ ਨਹੀਂ ਵੇਖ ਸਕਦੇ, ਇਹ ਵੇਖ ਨਹੀਂ ਸਕਦੇ। ਇਸ ਲਈ ਇਹ ਵੀ ਚਾਹੁੰਦੇ ਨੇ। ਬ੍ਰਹਮਾ ਵਰਗੇ ਵੀ ਪਰਮਾਤਮਾ ਨੂੰ ਮਿਲਣਾ ਚਾਹੁੰਦੇ ਨੇ, ਸਨਕਾਦਿਕ ਵਰਗੇ ਵੀ ਪਰਮਾਤਮਾ ਨੂੰ ਮਿਲਣਾ ਚਾਹੁੰਦੇ ਨੇ, ਜੋਗੀ ਵੀ ਪਰਮਾਤਮਾ ਨੂੰ ਮਿਲਣਾ ਚਾਹੁੰਦੇ। ਜਤੀ ਹੁੰਦਾ, ਕਈ ਬ੍ਰਹਮਚਾਰੀ ਜਿਹੜੇ ਹੁੰਦੇ ਨੇ, ਬ੍ਰਹਮਚਾਰੀ ਵੀ ਪਰਮਾਤਮਾ ਨੂੰ ਮਿਲਣਾ ਚਾਹੁੰਦੇ ਨੇ। ਜਿਹੜੇ ਸਿੱਧ ਪੁਰਸ਼ ਆਪਣੇ ਸਾਧ, ਉਹ ਜੋਗੀ, ਉਹ ਵੀ ਪਰਮਾਤਮਾ ਨੂੰ ਮਿਲਣਾ ਚਾਹੁੰਦੇ ਹਨ। ਜਿਸੈ ਪ੍ਰਾਪਤ, ਪਰ ਜਿਸ ਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ ਸੋ ਹਰ ਗੁਣ ਗਾਹੈ, ਉਹ ਹਰੀ ਦੇ ਗੁਣ ਗਾਉਂਦਾ ਰਹਿੰਦਾ ਹੈ। ਤਾ ਕੀ ਸ਼ਰਨ ਜਿਨ ਬਿਸਰਤ ਨਹੀਂ, ਕਹਿੰਦੇ ਉਹਦੀ ਸ਼ਰਨ 'ਚ ਰਹਿਣਾ ਚਾਹੀਦਾ ਜਿਹਨਾਂ ਰੱਬ ਕਦੇ ਭੁੱਲਦੇ ਹੀ ਨਹੀਂ। ਕਿਉਂ ਜੇ ਆਪਾਂ ਉਹਨਾਂ ਦੀ ਸ਼ਰਨ 'ਚ ਆਵਾਂਗੇ ਤਾਂ ਹੀ ਅਸੀਂ ਵੀ ਰੱਬ ਨੂੰ ਯਾਦ ਰੱਖਾਂਗੇ। ਜਿਹੋ ਜਿਹੀ ਆਪਾਂ ਸੰਗਤ ਕਰਾਂਗੇ ਉਹਦਾ ਅਸਰ ਤਾਂ ਸਾਡੇ 'ਤੇ ਹੋਵੇਗਾ ਹੀ ਹੋਵੇਗਾ। ਨਾਮ ਜਪਣ ਵਾਲੇ ਦੀ ਸੰਗਤ ਕਰਾਂਗੇ, ਹੌਲੀ ਹੌਲੀ ਨਾਮ ਜਪਣ ਲੱਗ ਜਾਵਾਂਗੇ। ਭਾਈ ਪੀਣ ਪੂਣ ਵਾਲੇ ਦੀ ਸੰਗਤ ਕਰਾਂਗੇ, ਹੌਲੀ ਹੌਲੀ ਘੁੱਟ ਘੁੱਟ ਪੀਣ ਲੱਗ ਜਾਵਾਂਗੇ। ਸੰਗਤ ਜੈਸੀ ਸੰਗਤ ਵੈਸੀ ਰੰਗਤ। ਇਹ ਮੈਨ ਇਜ਼ ਨੋਨ ਬਾਈ ਦਾ ਕੰਪਨੀ ਹੀ ਕੀਪਸ। ਜਿਹੋ ਜਿਹੀ ਉਹਦੀ ਸੰਗਤ ਹੈ ਬੰਦਾ ਉਹੋ ਜਿਹੀ ਹੁੰਦਾ ਹੈ। ਇਸ ਲਈ ਤੁਹਾਡੇ ਜਿਹੇ ਬੱਚੇ ਨੇ, ਲੜਕੀ ਲੜਕਾ ਜਿਹੜਾ ਵੀ ਹੈ, ਖਿਆਲ ਰੱਖਣਾ ਕਿ ਇਹਦੇ ਦੋਸਤ ਜਾਂ ਸਹੇਲੀਆਂ ਕਿਹੋ ਜਿਹੀਆਂ ਨੇ। ਇਸ ਬੜਾ ਸਾਵਧਾਨ ਰਹਿਣਾ ਹੁੰਦਾ। ਆਹੀ ਉਮਰ ਹੁੰਦੀ ਹੈ 14-15 ਸਾਲ ਤੋਂ ਲੈ ਕੇ 20 ਸਾਲਾਂ ਤੱਕ ਵਿਗੜਨ ਦੀ। ਉਹਦੇ ਉੱਪਰ ਫਿਰ ਜਾ ਕੇ ਤੁਹਾਡਾ ਬੰਦਾ ਸਿਆਣਾ ਹੋ ਜਾਂਦਾ ਹੈ। 8ਵੀਂ ਤੋਂ ਲੈ ਕੇ 12ਵੀਂ ਤੱਕ ਵਿਗੜਨ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਇਸ ਲਈ ਬੜਾ ਖਿਆਲ ਰੱਖਣਾ ਪੈਂਦਾ ਵੀ ਇਹਦੇ ਕਿਹੜੇ ਦੋਸਤ ਨੇ, ਇਹਦੀਆਂ ਕਿਹੜੀਆਂ ਸਹੇਲੀਆਂ ਨੇ। ਉਹਨਾਂ ਦੇ ਪਰਿਵਾਰਾਂ ਬਾਰੇ ਵੀ ਗਿਆਨ ਹੋਣਾ ਚਾਹੀਦਾ ਹੈ, ਤਾਂ ਅਜਿਹਾ ਨਾ ਹੋਵੇ ਕਿ ਤੁਹਾਡਾ ਬੱਚਾ ਬੱਚੀ ਵਿਗੜੀ ਨਾ ਜਾਵੇ। ਇੱਕ ਵਾਰੀ ਵਿਗੜਿਆ ਹੋਇਆ ਫਿਰ ਬੜਾ ਔਖਾ ਹੁੰਦਾ, ਪਰਿਵਾਰ ਪਰ ਬੜਾ ਤੰਗ ਹੁੰਦਾ ਹੈ। ਤਾ ਕੀ ਸ਼ਰ, ਤਾ ਕੀ ਉਸ ਦੀ, ਇਹ ਹਿੰਦੀ ਦਾ ਸ਼ਬਦ ਹੈ। ਤਾ ਮੈਨੇ ਉਸ, ਕੀ ਮੈਨੇ ਦੀ। ਤਾ ਕੀ ਸ਼ਰਨ ਜਿਨ ਬਿਸਰਤ ਨਹੀਂ। ਹੈ ਇਨਸਾਨ ਉਹਨਾਂ ਦੀ ਸ਼ਰਨ 'ਚ ਜਾ ਜਿਨ੍ਹਾਂ ਨੂੰ ਕਦੇ ਰੱਬ ਭੁੱਲੇ ਹੀ ਨਹੀਂ ਹੈ। ਵੱਡ ਭਾਗੀ ਹਰ ਸੰਤ ਮਿਲਾਹੀ, ਵੱਡੇ ਭਾਗਾਂ ਨਾਲ ਸੰਤਾਂ ਨਾਲ ਮੇਲ ਹੁੰਦਾ।
ਸਾਧੂਆਂ ਸੰਤਾਂ ਨਾਲ ਮੇਲ ਵੀ ਵੱਡੇ ਭਾਗਾਂ ਨਾਲ ਹੁੰਦਾ, ਕਿਉਂਕਿ ਜੇ ਪਿਛਲੇ ਜਨਮ 'ਚ ਕਿਸੇ ਸਾਧੂ ਨਾਲ ਮੇਲ ਸੀ ਤਾਂ ਹੀ ਇਸੇ ਜਨਮ 'ਚ ਹੋਏਗਾ। ਇੱਕ ਵਾਰੀ ਸੰਤ ਅਤਰ ਸਿੰਘ ਜੀ ਮਹਾਰਾਜ ਦੇ ਤੋਂ ਦੂਜੇ ਨੰਬਰ ਜਿਹੜੇ ਸਨ ਸੰਤ ਤੇਜਾ ਸਿੰਘ ਜੀ, ਉਹ ਪੁੱਛਦੇ ਨੇ ਸੰਤ ਅਤਰ ਸਿੰਘ ਨੂੰ ਵੀ ਮਹਾਰਾਜ ਜੀ, ਦੇਖਿਆ ਗਿਆ ਕਿ ਕਈ ਵਾਰੀ ਇੱਕ ਸ਼ਹਿਰ 'ਚ 3 ਬ੍ਰਹਮ ਗਿਆਨੀ ਹੁੰਦੇ ਨੇ, 3 ਸੰਤ ਹੁੰਦੇ ਨੇ, ਕੋਈ ਕਿਸੇ ਕੋਲ ਜਾਂਦਾ, ਕੋਈ ਕਿਸੇ ਕੋਲ ਜਾਂਦਾ, ਕੋਈ ਕਿਸੇ ਕੋਲ ਜਾਂਦਾ, ਕੋਈ ਕਿਸੇ ਕੋਲ ਵੀ ਨਹੀਂ ਜਾਂਦਾ। ਵੀ ਕੀ ਕਾਰਨ ਹੈ? ਹਨ ਤੇ 3 ਬ੍ਰਹਮ ਗਿਆਨੀ, ਕੋਈ ਕਿਸੇ ਸੰਤ ਕੋਲੇ ਜਾਂਦਾ, ਕੋਈ ਦੂਜੇ ਕੋਲੇ ਜਾਂਦਾ, ਕੋਈ ਤੀਜੇ ਕੋਲੇ ਜਾਂਦਾ, ਕੋਈ ਕਿਸੇ ਕੋਲ ਵੀ ਨਹੀਂ ਜਾਂਦਾ। ਕਹਿੰਦੇ ਭਈ ਜਿਹਦੇ ਨਾਲ ਸਾਡਾ ਕਿਸੇ ਜਨਮ 'ਚ ਸੰਬੰਧ ਰਿਹਾ ਨਾ, ਸਾਨੂੰ ਇਸ ਜਨਮ 'ਚ ਉਹੀ ਚੰਗਾ ਲੱਗੂਗਾ। ਇਹ ਕੋਈ ਜ਼ਰੂਰੀ ਪਿਛਲੇ ਜਨਮ 5 ਜਨਮ 10 ਜਨਮ 15 ਜਨਮ ਪਹਿਲਾਂ ਵੀ ਸੰਬੰਧ ਹੋ ਸਕਦਾ ਹੈ। ਉਹ ਜਦੋਂ ਹੁਣ ਮੇਲ ਹੋਇਆ ਸਾਨੂੰ ਆਪਣਾ ਆਪਣਾ ਲੱਗੂਗਾ, ਉਹ ਅਸੀਂ ਉਹਦੇ ਕੋਲੇ ਜਾਵਾਂਗੇ। ਜੇ ਸਾਡਾ ਕਿਸੇ ਸੰਤ ਨਾਲ ਮੇਲ ਹੀ ਨਹੀਂ ਰਿਹਾ ਕਿਸੇ ਜਨਮ 'ਚ, ਫਿਰ ਸਾਨੂੰ ਕੋਈ ਵੀ ਸੰਤ ਚੰਗਾ ਨਹੀਂ ਲੱਗੇਗਾ, ਫਿਰ ਕੋਈ ਵੀ ਨਹੀਂ ਚੰਗਾ ਲੱਗੇਗਾ। ਜੇ ਮੇਰਾ ਦੋਸਤ ਸੀ, ਉਹਦਾ ਛੋਟਾ ਭਰਾ ਸੀ, ਮੈਂ ਉਹਨੂੰ ਮਿਲਣ ਗਿਆ, ਰਾਹ ਦੇ ਵਿੱਚ ਸੰਤ ਈਸ਼ਰ ਸਿੰਘ ਮਹਾਰਾਜ ਦੇ ਦੀਵਾਨ ਲੱਗੇ ਹੋਏ ਸਨ। ਮੈਂ 5 ਮਿੰਟ ਖਲੋ ਕੇ ਸੁਣਦਾ ਰਿਹਾ, ਫਿਰ ਕਿਉਂਕਿ ਮੈਂ ਜਾਣਾ ਸੀ, ਮੈਂ ਫਿਰ ਚਲਿਆ ਗਿਆ। ਜਾ ਕੇ ਮੈਂ ਕਿਹਾ ਵੀ ਕੋਈ ਸੰਤ ਲੱਗੇ ਹੋਏ ਸਨ, ਮੈਨੂੰ ਨਹੀਂ ਪਤਾ ਕਿਹਨਾਂ ਦੇ ਸਨ ਦੀਵਾਨ, ਬੜੀ ਪਿਆਰੀ ਆਵਾਜ਼ ਸੀ। ਵੱਡਾ ਭਰਾ ਕਹਿੰਦਾ ਸੰਤ ਈਸ਼ਰ ਸਿੰਘ ਮਹਾਰਾਜ ਰਾੜਾ ਸਾਹਿਬ ਵਾਲੇ ਸਨ। ਦੂਜਾ ਕਹਿੰਦਾ ਆ ਪੂਪੜੇ ਸਾਧ ਬਥੇਰੇ ਫਿਰਦੇ ਨੇ। ਦੇਖੋ, ਇੱਕ ਸਤਿਕਾਰ ਨਾਲ ਬੋਲ ਰਿਹਾ, ਦੂਜੇ ਕਹਿੰਦੇ ਪੂਪੜੇ ਸਾਧ ਫਿਰੀ ਜਾਂਦੇ ਨੇ। ਸਕੇ ਦੋਨੋਂ ਭਰਾ ਨੇ, ਇੱਕ ਦਾ ਸੰਬੰਧ ਉਹਨਾਂ ਮਹਾਂਪੁਰਖਾਂ ਨਾਲ ਹੋਣਾ ਕਿਸੇ ਜਨਮ ਦਾ, ਦੂਜੇ ਦਾ ਨਹੀਂ ਹੋਣਾ, ਇਸ ਲਈ ਉਹਨੂੰ ਐਵੇਂ ਲੱਗਾ। ਤਾਂ ਇਸ ਲਈ ਸੰਤ ਵੀ ਵੱਡੇ ਭਾਗਾਂ ਨਾਲ ਮਿਲਦੇ ਨੇ ਕਹਿੰਦੇ। ਅਤੇ ਜਿਹਨੂੰ ਫਿਰ ਸੰਤ ਮਿਲ ਜਾਣ, ਜਨਮ ਮਰਨ ਤੇ ਮੂਲੇ ਨਹੀਂ, ਉਹਦਾ ਫਿਰ ਦੁਬਾਰਾ ਜਨਮ ਮਰਨ ਹੁੰਦਾ ਹੀ ਨਹੀਂ, ਕਿ ਉਹ ਸੰਤਾਂ ਦੀ ਸੰਗਤ ਕਰਕੇ ਨਾਮ ਜਪਦਾ ਰਹਿੰਦਾ ਅਤੇ ਫਿਰ ਜੰਮਣ ਮਰਨ ਤੋਂ ਰਹਿਤ ਹੋ ਜਾਂਦਾ ਹੈ। ਕਰ ਕਿਰਪਾ ਮਿਲ ਪ੍ਰੀਤਮ ਪਿਆਰੇ, ਬਿਨੋ ਸੁਨੋ ਪ੍ਰਭ ਊਂਚ ਅਪਾਰੇ, ਨਾਨਕ ਮੰਗਤ ਨਾਮ ਆਧਾਰੇ। ਹੇ ਪਰਮਾਤਮਾ ਕਿਰਪਾ ਕਰੋ, ਹੇ ਪਿਆਰੇ ਪ੍ਰੀਤਮ ਕਿਰਪਾ ਕਰੋ, ਮੈਨੂੰ ਮਿਲੋ। ਲੱਲੇ ਨੂੰ ਸਿਆਰੀ ਹੈ, ਮੇਲ ਪਾ ਮਿਲੋ, ਮੈਨੂੰ ਮਿਲੋ। ਬਿਨੋ ਸੁਣੋ, ਬਿਨੋ ਬੇਨਤੀ ਨੂੰ ਕਹਿੰਦੇ ਨੇ। ਹੇ ਪਰਮਾਤਮਾ ਊਂਚ, ਹੇ ਉੱਚੇ ਪਰਮਾਤਮਾ ਅਪਾਰੇ, ਹੇ ਬੇਅੰਤ ਪਰਮਾਤਮਾ ਮੇਰੀ ਬੇਨਤੀ ਸੁਣੋ। ਕੀ ਬੇਨਤੀ ਹੈ? ਨਾਨਕ ਮੰਗਤ ਨਾਮ ਆਧਾਰੇ, ਮੈਂ ਤਾਂ ਤੇਰੇ ਨਾਮ ਦਾ ਆਸਰਾ ਮੰਗਦਾ ਹਾਂ, ਮੈਨੂੰ ਤੇਰੇ ਨਾਮ ਦਾ ਆਸਰਾ ਹੋਵੇ। ਭਾਵ ਮੈਨੂੰ ਆਪਣੇ ਨਾਮ ਦੀ ਦਾਤ ਦੇ ਦਿਓ, ਮੈਂ ਤੁਹਾਡੇ ਤੋਂ ਨਾਮ ਮੰਗਦਾ ਹਾਂ। ਕਿਉਂਕਿ ਸਭ ਤੋਂ ਵੱਡੇ ਮੰਗਣਾ ਜਿਹੜਾ ਹੈ, ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗ। ਜੇ ਮੰਗਣੇ ਦੇ ਕਹਿੰਦੇ ਹਰੀ ਜਸ ਮੰਗੋ। ਤਿਆਗਣਾ ਤਿਆਗਣ ਨੀਕਾ ਕਾਮ ਕ੍ਰੋਧ ਲੋਭ ਮੋਹ ਤਿਆਗਣ। ਜੇ ਛੱਡਣੇ ਤਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਛੱਡੋ, ਅਤੇ ਜੇ ਮੰਗਣਾ ਹੈ ਤਾਂ ਫਿਰ ਪਰਮਾਤਮਾ ਦਾ ਨਾਮ ਮੰਗੋ, ਕਿਉਂਕਿ ਉਹਦੇ ਵਿੱਚ ਸਭ ਕੁਛ ਹੀ ਹੈ। ਜਦ ਤੁਸੀਂ ਨਾਮ ਜਪੋਗੇ, ਤੁਹਾਨੂੰ ਕੋਈ ਧੀ ਪੁੱਤਰ ਕੋਈ ਨੌਕਰੀ ਮੰਗਣ ਦੀ ਲੋੜ ਨਹੀਂ ਪੈਣੀ, ਆਪੇ ਮਿਲ ਜਾਣੀ, ਉਹ ਆਪੇ ਮਿਲ ਜਾਣੀ। ਪਰਮਾਤਮਾ ਨੇ ਆਪੇ ਢੋ ਢਕਾ ਦੇਣਾ ਤੁਹਾਡਾ, ਬਸ ਆਪਾਂ ਦੇ ਨਾਮ ਜਪੀ ਜਾਣਾ। ਬਾਕੀ ਕਾਰਜ ਪਰਮਾਤਮਾ ਨੇ ਸਵਾਰਨੇ ਨੇ, ਉਹ ਆਪੇ ਸਵਾਰਦਾ ਰਹਿੰਦਾ। ਚਿੰਤਾ ਉਸ ਨੂੰ ਹੋ ਜਾਂਦੀ ਹੈ। ਜੋ ਜਨ ਤੁਮਰੀ ਭਗਤ ਕਰੰਤੇ ਤਿਨ ਕੇ ਕਾਜ ਸਵਾਰਤ। ਦੇਖੋ ਗੁਰਬਾਣੀ ਗਰੰਟੀਆਂ ਦਿੱਤੀਆਂ ਹੋਈਆਂ ਨੇ। ਗੁਰਬਾਣੀ ਜੋ ਲਿਖੋ ਉਹਨੂੰ ਗਰੰਟੀ ਸਮਝਣੀ ਕਿ ਹੇ ਪਰਮਾਤਮਾ ਜਿਹੜੇ ਤੇਰੇ ਭਜਨ ਬੰਦਗੀ ਕਰਦੇ ਤੁਸੀਂ ਉਹਦੇ ਕਾਰਜ ਸਵਾਰਦੇ ਰਹਿਣੇ ਬਸ। ਅਤੇ ਕਾਰਜ ਹੀ ਸਵਾਰਨੇ ਨੇ ਆਪਾਂ ਨੇ, ਬਈ ਜ਼ਰੂਰੀ ਆਪ ਔਖੇ ਹੋ ਕੇ ਸਵਾਰਨੇ ਨੇ। ਨਾਮ ਜਪੀ ਜਾਓ, ਆਪੇ ਢੋ ਢਕਾ ਦੇਗਾ ਕੋਈ। ਹੁਣ ਜੇ ਢੋ ਢਕਾਉਣੇ, ਤੁਸੀਂ ਕਿਸੇ ਦਫ਼ਤਰ 'ਚ ਗਏ ਹੋ, ਕਿਸੇ ਨੂੰ ਜਾਣਦੇ ਨਹੀਂ, ਤੁਹਾਨੂੰ ਉੱਥੇ ਕੋਈ ਕੰਮ ਹੈ। ਅੱਛਾ ਤੁਸੀਂ ਖੜ੍ਹੇ ਹੋ ਵੀ ਮੈਂ ਇੱਥੇ ਕਿਹਨੂੰ ਮਿਲਾਂ, ਅਚਾਨਕ ਕੋਈ ਨਾ ਕੋਈ ਆ ਜਾਏਗਾ, ਅਚਾਨਕ ਤੁਹਾਨੂੰ ਕੋਈ ਪਹਿਚਾਣ ਲਏਗਾ। ਕਿਵੇਂ ਖੜ੍ਹੇ ਹੋ ਜੀ? ਲਿਓ ਮੈਂ ਬੈਠੋ ਤੁਸੀਂ, ਲਿਓ ਮੈਂ ਕਰਾ ਦਿੰਦਾ। ਬੜੇ ਸਾਲਾਂ ਦੀ ਗੱਲ ਹੈ, ਇਹ ਮੈਂ ਘਰ ਦਾ ਨਕਸ਼ਾ ਪਾਸ ਕਰਵਾ ਲਿਆ। ਮੈਨੂੰ ਨਹੀਂ ਸੀ ਪਤਾ ਵੀ 1 ਸਾਲ ਦੇ ਵਿੱਚ ਘਰ ਪਾਉਣਾ ਹੁੰਦਾ, ਉਹ 1.5 ਸਾਲ ਲੰਘ ਗਿਆ। ਇੱਕ ਨੇ ਕੁਦਰਤੀ ਵੇਖਿਆ, ਕਹਿੰਦੇ ਤੇ ਟਾਈਮ ਹੀ ਲੰਘ ਗਿਆ ਜੀ। ਹੁਣ ਜੇ ਘਰ ਪਾਓਗੇ ਨਗਰ ਪਾਲਿਕਾ ਵਾਲੇ ਆ ਜਾਣਗੇ ਜੀ, ਵਿਖਾਓ ਜੀ ਨਕਸ਼ਾ, ਇਹ ਤਾਂ ਟਾਈਮ ਲੰਘ ਗਿਆ ਜੀ, ਇਹਨੂੰ ਰੀਨਿਊ ਕਰਾਓ।
ਚਲੋ ਮੈਂ ਨਗਰ ਪਾਲਿਕਾ ਚਲੇ ਗਿਆ। ਮੈਂ ਉੱਥੇ ਕਿਸੇ ਨੇ ਜਾਣਾ ਨਾ ਬੁੱਝਿਆ ਨਾ ਵੀ ਕਿਹਦੇ ਕੋਲੇ ਜਾਵਾਂ। ਮੈਂ ਉੱਥੇ ਖੜਾ, ਇੱਕ ਮਗਰੋਂ ਆ ਗਿਆ, ਆ ਕੇ ਗੋਡੀ ਹੱਥ ਲਾਇਆ, ਸਰ ਜੀ ਕਿਵੇਂ ਖੜੇ ਹੋ ਇੱਥੇ? ਮੈਂ ਭਾਈ ਤੂੰ ਕੌਣ ਹੈ? ਕਿ ਮੈਂ ਕਹਿੰਦਾ ਘਨੌਰ ਦਾ ਜੀ, ਮੇਰਾ ਲੜਕਾ ਤੁਹਾਡੇ ਕੋਲੇ ਪੜ੍ਹਦਾ ਹੈ। ਕਿਵੇਂ ਖੜੇ? ਮੈਂ ਯਾਰ ਆਹ ਕੰਮ ਹੈ, ਲਿਓ ਕਦੇ ਤੁਸੀਂ ਇੱਥੇ ਬੈਠੋ। ਹੁਣ ਮੈਨੂੰ ਕੁਰਸੀ ਤੁਸੀਂ ਇੱਥੇ ਬੈਠੋ, ਮੈਂ ਆਪੇ ਦੱਸ ਕਰਾ ਲਿਓ। ਜਾ ਕੇ ਉਹ SD ਕੋਲ ਜਿਸ ਤੋਂ ਕਰਾਉਣੇ ਉਹਨੂੰ ਦੱਸ ਕਰਾ ਕੇ 1 ਸਾਲ ਲਈ ਹੋਰ ਵਧਾ ਲਿਆ। ਕਦੇ ਲਓ ਸਾਲ 'ਚ ਬਣਾ ਲਓ। ਆਪੇ ਇਹਨੂੰ ਕਿ ਢੋਟ ਕੌਣ? ਆਪੇ ਪਰਮਾਤਮਾ ਨੇ ਭੇਜਤਾ, ਚੱਲ ਭਾਈ ਜਾ, ਤੈਨੂੰ ਦਫ਼ਤਰ 'ਚ ਵੀ ਜਾਣ ਦੀ ਲੋੜ ਨਹੀਂ, ਆਪੇ ਕੰਮ ਕਰਦੇ। ਭਜਨਬੰਦੀ ਕਰਦੇ ਰਹੋ, ਕਰਦੇ ਰਹੋ, ਕਰਦੇ ਰਹੋ, ਚਿੰਤਾ ਮਤ ਕਰੋ, ਆਪੇ ਪਰਮਾਤਮਾ ਟੋਟ ਕਰਦਾ ਰਹੇਗਾ। ਇਹ ਉਹਦੀ ਜ਼ਿੰਮੇਵਾਰੀ ਹੈਗੀ। ਸਾਡੀ ਜ਼ਿੰਮੇਵਾਰੀ ਉਹਦਾ ਨਾਮ ਜਪਣਾ ਅਤੇ ਸਾਡੇ ਕਾਰਜ ਸਵਾਰਨਾ ਉਹਦੀ ਜ਼ਿੰਮੇਵਾਰੀ ਹੈ। ਸਤਿਕਾਰਯੋਗ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।